ਅੱਜ 9ਵੇਂ ਐਪੀਸੋਡ 'ਚ ਅਸੀਂ ਜ਼ਬੂਰ 80 ਨੂੰ ਕਵਰ ਕਰਾਂਗੇ ਐ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਡੇ ਐਪੀਸੋਡਸ ਨੂੰ ਦੇਖਦੇ ਆ ਤਾਂ ਸਾਡੇ ਨਾਲ ਇੰਗੇਜ ਕਰਦੇ ਆ। ਅਸੀਂ ਤੁਹਾਨੂੰ ਇਨਵਾਈਟ ਕਰਦੇ ਕਿ ਤੁਸੀਂ ਵੀ ਆਪਣੇ ਸਵਾਲ ਆਪਣੇ ਕਮੈਂਟਰੀ ਸਾਡੇ ਨਾਲ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ। ਸਾਡੇ ਵਿੱਚ ਅੱਜ ਆਂਟੀ ਜੋਤੀ ਸਿੰਬਲ ਤਾਂ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤਾਂ ਪਾਸਟਰ ਐਰਿਕ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲੀਏ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। आओ असी अपने खुदावंद दे हुजूर पेश करिए अपने आप नू तैयार करिए उसकी हजूरी च। खुदावंद तेरा शुक्र करदे हां हिफाजत निगहबानी दे लई जो सानू हर तरह बचा के अपनी पनाह विच रखिया, तंदुरुस्ती दित्ती तूने सानू खुदावंद, उस दे लई शुक्र करदे हां। खास तौर ते खुदावंद अज दे ज़बूर 80 विचों जो कुछ भी तेरा खादम सानू सब नू सिखाउंदा है वो खुदावंद उन्हां दी तरफों ना बल्कि तेरी तरफों और जो कुछ भी वो खुदावंद बोलन तू उन्हां नू वो शब्द दे तां जो खुदावंद वो सानू बोलन ते दसन। खुदावंद जिन्ने भी सुनने वाले ने खुदावंद इस समय सुन रहे ने तू उन्हां दे भी नाल सानू सब नू खुदावंद तू अपनी पनाह विच लै ते तेरे बेटे यीशु नासरी दे जलाली ते पुत्र नाम च मंगदे हां। आमीन। Amen. Thank you, Uncle Joshua. All of us scripture reading with चलिए Auntie Jyoti, Auntie Symbol, Uncle Joshua. ਇਹ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਜ਼ਬੂਰ ਦੀ ਸਟੱਡੀ ਅਸੀਂ ਕਰ ਰਹੇ ਹਾਂ ਔਰ ਬਹੁਤ ਕੁਝ ਸਾਨੂੰ ਇਸ ਵਿੱਚ ਸਿੱਖਣ ਲਈ ਮਿਲ ਰਿਹਾ ਹੈ। ਖੁਦਾਵੰਦ ਦੇ ਬੰਦੇ ਦੇ ਰਾਹੀਂ ਪਾਸਟਰ ਜੀ ਸਾਨੂੰ ਇਸ ਵਿੱਚੋਂ ਬਹੁਤ ਕੁਝ ਨਵਾਂ ਸਿਖਾ ਰਹੇ ਹਨ। ਅੱਜ ਅਸੀਂ ਪੜਾਂਗੇ ਜ਼ਬੂਰ 80 ਕੌਮ ਦੀ ਮੁੜ ਬਹਾਲੀ ਲਈ ਪ੍ਰਾਰਥਨਾ, ਸੰਗੀਤ ਦਲ ਦੇ ਆਗੂ ਲਈ ਸੋਸਲੀਮ ਰਾਗ ਦੇ ਗਾਉਣ ਲਈ ਅਸਾਫ ਦਾ ਗੀਤ। मैं इसका पहली आयत पढ़ांगी। हे इजराइल दे चरवाहे सुन अते अपने आप नू प्रगट कर, तू यूसुफ दी संतान दी अगवाई करदा है अते तू कुरुबियां उते विराजमान है। इफ्राइम, बन्यामीन और मनस्सी के सामने अपनी कुव्वत को बेदार कर और हमें बचाने को आ। हे परमेश्वर सानू बहाल कर अते अपने मुंह दा चमकारा विखा तां असी बच जावांगे। हे सेनावां दे प्रभु परमेश्वर तू कद तक अपने लोकां दी प्रार्थनावां ते गुस्से रहेगा। तूने उनको आंसुओं की रोटी खिलाई, पीने को कसरत से आंसू ही दिए। साडे गुआंढियां दे लई तू सानू झगड़े दा कारण बनाउंदा है ਅਤੇ ਸਾਡੇ ਵੈਰੀ ਆਪੋ ਵਿੱਚ ਹੱਸੀ ਕਰਦੇ ਹਨ। ਇਸ ਸਤਾਏ हे सेनावां दे परमेश्वर तू अपना चन्न ਸਾਡੇ ਤੇ ਚਮਕਾ ਅਤੇ ਸਾਡਾ ਬਚਾਅ ਕਰ। तू मिस्र से एक ताक लाया, तूने कौमों को खारिज करके उसे लगाया। तैं उस दे ਲਈ ਥਾਂ ਤਿਆਰ ਕੀਤਾ, उसने डूंगी जड़ फड़ी ते वध के देश ਨੂੰ ਭਰ ਦਿੱਤਾ। ਪਹਾੜ ਉਸ ਦੀ ਥਾਂ ਨਾਲ ਅਤੇ ਵੱਡੇ ਦਰਿਆ ਇਸ ਦੀਆਂ ਟਹਿਣੀਆਂ ਨਾਲ ਢਕੇ ਗਏ। उसने अपनी शाखें समुंदर तक फैलाई और अपनी टहनियां दरियाए फरात तक। तैं ਉਹਦੀਆਂ ਵਾੜਾਂ ਨੂੰ ਕਿਸ ਤਰ੍ਹਾਂ ਤੋੜਿਆ ਪਈ ਜਿੰਨੇ ਉਥੋਂ ਦੀ ਲੰਘਦੇ ਹਨ ਉਹ ਉਹਨੂੰ ਤੋੜਦੇ ਹਨ। 13 ਆਏ ਜੰਗਲੀ ਸੂਰ ਉਸ ਨੂੰ ਉਜਾੜਦਾ ਹੈ ਅਤੇ ਮੈਦਾਨੀ ਪਸ਼ੂ ਉਸ ਨੂੰ ਚਾਰੇ ਦੀ ਥਾਂ ਖਾਂਦੇ ਹਨ। आए लश्करों के खुदा हम तेरी मिन्नत करते हैं, फिर मतवज्जा हो, आसमान पर से निगाह कर और देख और इस ताक की निगहबानी फरमा। ਉਸ ਦੀ ਰੱਖਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ, ਨਾਲੇ ਉਸ ਪੁੱਤਰ ਦੀ ਜੋ ਤੈਂ ਆਪਣੇ ਲਈ ਤਗੜਾ ਕੀਤਾ। ਉਹ ਸਭ ਬੈਰੀ ਤੇਰੇ ਮੂੰਹ ਦੇ ਗੁੱਸੇ ਦੀ ਭਵਕ ਨਾਲ ਨਾਸ਼ ਹੋ ਜਾਣ, ਉਹਨਾਂ ਨੇ ਹੀ ਇਸ ਨੂੰ ਅੱਗ ਨਾਲ ਭਸਮ ਕੀਤਾ ਅਤੇ ਕੱਟ ਸੁੱਟਿਆ ਹੈ। तेरा हाथ
तेरी दाहिनी तरफ के इंसान पर हो, उस इब्ने आदम पर जिसे तूने अपने लिए मजबूत किया है। ਤਾਂ ਅਸੀਂ ਤੇਥੋਂ ਪਿਛਾਂਹ ਨਾ ਹਟਾਂਗੇ, ਸਾਨੂੰ ਜਵਾਬ ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ। ਇਸ ਦੀ 19 ਆਏ, हे ਸੈਨਾਵਾਂ ਦੇ ਪ੍ਰਭੂ ਪਰਮੇਸ਼ਵਰ, ਤੂੰ ਆਪਣਾ ਚਾਨਣ ਸਾਡੇ ਤੇ ਚਮਕਾ ਅਤੇ ਸਾਡਾ ਬਚਾ ਕਰ। ਪ੍ਰਭੂ ਦੇ ਬਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਹੋਵੇ। ਆਮੀਨ। ਆਮੀਨ। Scripture reading like ਆਓ ਅਸੀਂ ਹੁਣ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਅਸੀਂ ਯਿਸੂ ਦੇ ਕਾਦਰ ਨਾਮ ਚ तमाम ਸੁਣਨ ਵਾਲਿਆਂ ਨੂੰ ਔਰ ਸਾਰੇ ਵੇਖਣ ਵਾਲਿਆਂ ਨੂੰ ਔਰ ਜਿਹੜੇ ਲਾਈਵ ਨੇ ਜਿਹੜੇ ਇਨ ਪਰਸਨ ਨੇ ਤੁਹਾਡੇ ਤੱਕ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਔਰ ਸਲਾਮਤੀ ਪਹੁੰਚੇ। ਅੱਜ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਕਿ ਅੱਜ ਅਸੀਂ ਜ਼ਬੂਰ 80 ਤੇ ਪਹੁੰਚ ਗਏ ਹਾਂ। ਔਰ ਜਿਵੇਂ ਤੁਹਾਨੂੰ ਪਤਾ ਵੇ ਕਿ ਜ਼ਬੂਰਾਂ ਦੀ ਕਿਤਾਬ ਦੀ ਜਿਹੜੀ ਸਾਡੇ ਕੋਲ ਜਿਹੜੀ ਤੀਸਰੀ ਕਿਤਾਬ ਹੈ, ਅਸੀਂ ਉਹਦੇ ਹਿੱਸੇ ਵਿੱਚ ਸ਼ਾਮਲ ਹਾਂ। ਜ਼ਬੂਰਾਂ ਦੀ ਕਿਤਾਬ 5 ਹਿੱਸਿਆਂ 'ਚ ਤਕਸੀਮ ਹੈ। 5 ਹਿੱਸਿਆਂ ਦੇ ਵਿੱਚੋਂ ਪਹਿਲੇ 3 ਜਿਹੜੇ ਹਿੱਸੇ ਨੇ ਉਹਨਾਂ ਨੂੰ ਅਸੀਂ ਮਾਤਮੀ ਜ਼ਬੂਰ, ਆਪਣਾ ਰੋਣ ਪਿੱਟਣ ਦੇ ਜਾਂ ਮਾਤਮ ਦੇ ਆਹੋ ਨਾਲੜ ਜ਼ਬੂਰ ਅਸੀਂ ਕਹਿੰਦੇ ਹਾਂ। ਔਰ ਅੱਜ ਅਸੀਂ ਉਹਦੇ ਸੈਟ ਜਿਹੜੇ ਨੇ ਆਸਫ ਦੇ ਮਜ਼ਮੀਰ ਦਾ ਜ਼ਬੂਰ ਨੰਬਰ 80 ਜਿਹੜਾ ਵੀ ਅਸੀਂ ਉੱਤੇ ਮੌਜੂਦ ਹਾਂ। ਸੋ ਜਿਵੇਂ ਤੁਹਾਨੂੰ ਸੁਣਿਆ ਵੇ ਜ਼ਬੂਰ 80 ਇਸ ਲਈ ਬੜਾ ਇੰਪੋਰਟੈਂਟ ਜ਼ਬੂਰ ਹੈ ਕਿ ਇਹ ਜ਼ਬੂਰ ਜਿਹੜਾ ਵੇ ਇਹ ਕੰਟੀਨਿਊਟੀ ਹੈ ਪਿਛਲੇ ਜਿਹੜਾ ਮੇਨ ਥੀਮ ਚੱਲਣ ਡਿਆ ਵੇ ਆਸਫ ਦੇ ਜ਼ਬੂਰਾਂ ਦੇ ਵਿੱਚ। ਔਰ ਉਹਨੂੰ ਅਸੀਂ ਕਹਿੰਦੇ ਆ ਸ਼ੈਪਰਡਸ ਥੀਮ ਜਿਹੜਾ ਵੇ, ਸ਼ੈਪਰਡ ਯਾਨੀ ਚਰਵਾਹੇ ਦਾ ਥੀਮ ਜਿਹੜਾ ਵੇ। ਠੀਕ ਹੈ, ਅਸੀਂ ਵੇਖਿਆ ਥੈਂਕਸਗਿਵਿੰਗ ਦੇ ਜ਼ਬੂਰ ਨੇ, ਅਸਾਂ ਵੇਖਿਆ ਵੇ ਸਾਡੇ ਕੋਲ ਲੈਮੈਂਟ ਨੇ, ਸਾਡੇ ਕੋਲ ਸ਼ੁਕਰਗੁਜ਼ਾਰੀ ਹੈ, ਸਾਡੇ ਕੋਲ ਹੋਰ ਬਹੁਤ ਸਾਰੇ ਨੇ। ਲੇਕਿਨ ਇਹ ਜਿਹੜਾ ਜ਼ਬੂਰ ਹੈ ਜ਼ਬੂਰ 80 ਇਟ ਇਜ਼ ਅ ਕੰਟੀਨਿਊਟੀ ਆਫ ਸ਼ੈਪਰਡ ਥੀਮ ਜਿਹੜਾ ਵੇ। ਸ਼ੈਪਰਡ ਸਾਮ ਇਹਨੂੰ ਕਿਹਾ ਜਾਂਦਾ ਵੇ, ਚਰਵਾਹੇ ਦਾ, ਚੁਪਾਨ ਦਾ, ਅਯਾਲੀ ਜਿਹੜਾ ਵੇ ਉਹਨੂੰ ਕਿਹਾ ਜਾਂਦਾ ਵੇ। ਔਰ ਤੁਸੀਂ ਵੇਖੋਗੇ ਕਿ ਜ਼ਬੂਰ 39 ਜਿਹੜਾ 49 ਇਹਦੇ ਪਿੱਛੇ ਜਿਹੜਾ ਜ਼ਬੂਰ ਹੈ 79 ਉਹਦੇ ਵਿੱਚ ਵੇਖੋ ਕਿ ਜਿਹੜੇ ਉਹਦੀ 13ਵੀਂ ਆਇਤ ਹੈ ਉਹ ਕਿਵੇਂ ਖਤਮ ਹੋਣ ਡਈ ਹੈ। 13ਵੀਂ ਆਇਤ ਕੀ ਕਹਿ ਰਹੀ ਹੈ? ਜ਼ਬੂਰ 80 ਦੀ ਬਿਲਕੁਲ ਉਤਲੇ ਜਿਹੜੀ ਆਇਤ है वो की है, तब हम जो तेरे लोग और तेरी चरागाह की क्या है, भेड़े हैं, हमेशा तेरी शुक्रगुजारी करते रहेंगे, हम पुश्त दर पुश्त तेरी सताइश करेंगे। एंड देन कंटिन्यूली अगे जबूर 80 जड़ा वे वो अगे सेम थीम दे नाल शुरू हुंदा वे कि ऐ इस्राएल के चौपान, तू जो गले की मानंद यूसुफ को ले चलता है कान लगा। सो दैट्स इंटरेस्टिंग कंटिन्यूटी के चरवाहे दा कांसेप्ट दा कंटिन्यू है। दूजे नंबर ते स्कॉलर जिहड़े ने वो इस गल ते एग्री करदे ने कि जबूर 80 जिहड़ा वे इस जबूरां दी किताब दा सेंटर है। ठीक है, सेंट्रल साम है। उंज वैसे 80 ते 80 किन्ने होए? मेरा हिसाब जरा कमजोर है। 80 ते 80 किन्ने होए? 20 ते 160 की ख्याल है? हाँ जी जी 160 ਹੋਏ ਨਾ। ਠੀਕ ਹੈ ਸੋ ਹਾਂਜੀ ਸੋ ਆਲਮੋਸਟ ਹਾਂ ਸੋ ਆਲਮੋਸਟ ਅਸੀਂ ਨੇੜੇ ਨੇੜੇ ਆ। ਇਸ ਲਈ ਕਹਿੰਦੇ ਨੇ ਜੀ ਕਿ ਇਹ ਜਿਹੜਾ ਜ਼ਬੂਰ ਹੈ ਜ਼ਬੂਰ 80 ਜਿਹੜਾ ਵੇ ਜ਼ਬੂਰਾਂ ਦੀ ਕਿਤਾਬ ਦਾ ਸੈਂਟਰਲ ਜ਼ਬੂਰ ਹੈ। ਲੇਕਿਨ ਤੁਹਾਨੂੰ ਪਤਾ ਇੱਕ ਹੋਰ ਗੱਲ, ਪੂਰੀ ਬਾਈਬਲ ਦਾ ਸੈਂਟਰਲ ਪਤਾ ਜਿਹੜਾ ਵੇ ਸੈਂਟਰਲ ਥੀਮ ਜਿਹੜਾ ਵੇ ਸੈਂਟਰਲ ਜਿਹੜੀ ਕਿਤਾਬ ਹੈ ਉਹ ਕਿਹੜੀ ਹੈ? ਐਨੀਬਾਡੀ ਨੋਸ? ਜ਼ਬੂਰਾਂ ਦੀ ਕਿਤਾਬ। ਔਰ ਪੂਰੀ ਬਾਈਬਲ ਦਾ ਜਿਹੜਾ ਸੈਂਟਰਲ ਚੈਪਟਰ ਹੈ, ਪੂਰੀ ਬਾਈਬਲ ਦਾ ਸੈਂਟਰ ਜਿਹੜਾ ਚੈਪਟਰ ਹੈ ਉਹ ਜ਼ਬੂਰ ਨੰਬਰ 117। दैट्स इंटरेस्टिंग कि ਜ਼ਬੂਰਾਂ ਦੀ ਕਿਤਾਬ ਜਿਹੜੀ ਹੈ ਉਹ ਇੰਨੀ ਜ਼ਿਆਦਾ ਇੰਪੋਰਟੈਂਟ ਜ਼ਬੂਰਾਂ ਦੀ ਕਿਤਾਬ ਹੈ ਕਿ ਪੂਰੀ ਬਾਈਬਲ ਦਾ ਸੈਂਟਰ ਜ਼ਬੂਰ ਦੀ ਕਿਤਾਬ ਬਣ ਗਈ। ਓਕੇ, ਸੋ ਜਿਹੜੇ ਇਹ ਜ਼ਬੂਰ ਨੇ ਅਸੀਂ ਉਂਝ ਤੇ ਇਹਨੂੰ ਆਸਫ ਦੇ ਜਿਹੜੇ ਨੇ 12 ਜ਼ਬੂਰਾਂ ਦਾ ਸੈੱਟ ਉਹਦੇ ਤਕਸੀਮ ਕੀਤਾ ਵੇ। ਲੇਕਿਨ ਉਹਨਾਂ 12 ਜ਼ਬੂਰਾਂ ਦੇ ਵਿੱਚੋਂ ਵੀ ਆਸਫ ਦੇ ਜ਼ਬੂਰਾਂ ਦਾ ਜਿਹੜਾ 7 ਜ਼ਬੂਰਾਂ ਦਾ ਸੈੱਟ ਹੈ ਨਾ, 7 ਸਾਮ ਜਿਹੜੇ ਨੇ they are called the Psalms of devastation and destruction। तबाही और बर्बादी, हैकल दी तबाही बर्बादी, यरूशलेम दी तबाही और बर्बादी। जेड़े सल्तनत जेड़ी तकसीम हो गई सी 721 साल कबल मसीह असूरिया ने 10 कबीलियां नूं खत्म किया और फिर 500 ते 587 साल पहला यसू मसीह दे पैदा होने तो बाबलियां ने यरूशलेम दी कंध नाल कंध वजा रही थी। सो असीं वेखने आ कि ਇਹ ਜਿਹੜੇ 7 ਜ਼ਬੂਰਾਂ ਦਾ ਸੈੱਟ ਹੈ ਇਹ ਸਾਮਸ ਆਫ ਡਿਸਟਰਕਸ਼ਨ ਐਂਡ ਡੈਵਸਟੇਸ਼ਨ ਕਰਾਉਂਦੇ ਨੇ। ਸੋ ਦਿਸ ਇਜ਼ ਦ ਸਾਮ 80 ਨਾਓ ਵੀ ਆਰ। ਸੋ ਲੈਟਸ ਸੀ ਐਂਡ ਡਿਗ ਇਨ ਕਿ ਸਾਮ ਜਿਹੜਾ 80 ਹੈ ਆਲ ਤੋਂ ਤੁਹਾਨੂੰ ਪਤਾ ਵੇ ਹਰ ਜ਼ਬੂਰ ਹੀ ਸਾਨੂੰ 1 ਘੰਟਾ ਲੱਗ ਜਾਂਦਾ, ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਬੋਲੀ ਹੋਣਾ ਉਹ ਤਾਂ ਮੈਨੂੰ ਐਂਜਲ ਮੈਸੇਜ ਨਾ ਕਰੇ ਤੇ ਇਹੀ ਤੇ ਮੈਂ ਤਾਂ ਕੰਟੀਨਿਊ ਰੱਖਾਂ। ਸੋ ਐਨੀਵੇ ਸੋ ਅਸੀਂ ਵੇਖਦੇ ਆ ਕਿ ਜੀ ਸ਼ੁਰੂ ਕਿੱਥੋਂ ਹੋ ਰਿਹਾ? ਸ਼ੁਰੂ ਹੋ ਰਿਹਾ ਜੀ ਮੀਰ ਮੁਗੰਨੀ के लिए ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੰਗੀਤ ਦਾ ਆਗੂ ਦਲ, एवरीबॉडी नोज नाउ, क्वायर डायरेक्टर, म्यूजिशियन
शोशनीम दूत के सुर पर आसफ का मजमूर। सो इट्स काइंड ऑफ अ प्रेयर, इट्स अ गीत, इट्स अ संग प्रेयर। और जी दुआ वे शोशनीम दूत के सुर पर। ओके जी, जरा अंकल जोशुआ तुसी और सिस्टर ज्योति तुसी जरा पढ़ियो कि तुहाडे जड़ा सरनामा में और ते शोशनीम दूत पूरा लिखा वे कि या सिर्फ ओदा तर्जमा दिता गया? ਇਹਦੇ ਚ ਇਸ ਤਰ੍ਹਾਂ ਜੀ ਵੀ ਸੁਰਪਤੀ ਲਈ ਸਾਖੀ ਦਾ ਸੋਸਨ ਦੇ ਰਾਗ ਉੱਤੇ ਆਸਫ ਦਾ ਭਜਨ। ओके, सोसन दे राग होते। ओके, हाँ जी। ਸੰਗੀਤ ਦਲ ਦੇ ਆਗੂ ਲਈ ਸੋਸਨੀਮ ਰਾਗ ਦੇ ਗਾਉਣ ਲਈ ਅਸਾਫ ਦਾ ਭਜਨ। ओके, सोसनीम राग। ओके, वंडरफुल। सोसन दा जड़ा दरख्त है या सोसन दे जड़े फुल ने, सोसन दा जड़ा पौधा वे, ठीक है ना, ओनू अंग्रेजी च की कहा जाता है? एंजल। The lilies? तो वेख के दसन नहीं मुझे पता है। पता नहीं बता सोचे। ओके, यस, लिली। ओके, सो लिलीज ਤੁਹਾਨੂੰ ਪਤਾ ਵੇ ਕਿ ਜਿਹੜਾ ਗਜ਼ਲ ਗਜ਼ਲਾਤ ਦੀ ਕਿਤਾਬ ਹੈ ਜਾਂ ਜਿਹੜਾ ਕੰਟੈਕਸਟ ਹੈ ਉਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਿਹੜਾ ਸੋਸਨ ਜਿਹੜਾ ਨਾ ਵਾਦੀਆਂ की सोसन ਤਾਂ वैली एक्चुअली ਤੁਸੀਂ ਵੇਖੋ ਗਜ਼ਲਾਤ ਦੀ ਕਿਤਾਬ ਜਿਹੜੀ ਹੈ ਉਹ ਵੀ ਦੱਸਦੀ ਹੈ ਕਿ ਤੂੰ ਵਾਦੀਆਂ की सोसन है, यानी द लिली ऑफ द वैली। सो दैट्स व्हाई ਜਿਹੜਾ ਨੂੰ ਕਿਹਾ ਕਿ ਨਾ ਕਿ लिलीज ऑफ और ना इदूत या ईद, मेरे को लफ्ज ਜਿਹੜਾ इदूत ਇੱਥੇ ओरिजिनल हिब्रू वर्ड ਜਿਹੜਾ ਵੇ ਨਾ ਉਹਦਾ ਮਤਲਬ ਹੈ ਵੇ ऐसा राग ਜਿਹੜਾ खुदा ਦੇ ਨਾਲ ਅਹਿਦ ਨੂੰ ਜਾਂ ਨਿਊ ਟੈਸਟਾਮੈਂਟ ਨੂੰ ਜਾਂ खुदा ਦੇ ਨਾਲ ਕੋਵੈਨੈਂਟ ਨੂੰ ਪੇਸ਼ ਕਰਦਾ ਵੇ। what kind of covenant we have, और राग ਦਾ ਜਿਹੜਾ ਨਾਮ ਹੈ that is actually शोशनीम दूध ਦਾ ਮਤਲਬ ਹੈ ਵੇ ਕਿ ਐਸਾ ਰਾਗ ਜਿਹੜਾ ਕੋਵੈਨੈਂਟ खुदा ਦੇ ਨਾਲ ਅਹਿਦ ਨੂੰ ਪੇਸ਼ ਕਰਦਾ ਵੇ, ਕੋਵੈਨੈਂਟ ਨੂੰ ਪੇਸ਼ ਕਰਦਾ ਵੇ। ਠੀਕ ਹੈ, ਜਿਵੇਂ ਵੇਖੋਗੇ ਸਾਡੇ ਇੱਥੇ ਜਿਵੇਂ ਬੜਾ ਸ਼ਾਨਦਾਰ ਰਾਗ ਹੈ, ਲੇਕਿਨ ਇਟਸ ਵੈਰੀ ਪਾਵਰਫੁਲ, ਵੈਰੀ ਹੈਵੀ ਰਾਗ ਕਿਹਾ ਜਾਂਦਾ ਵੇ। ਪੂਰੀਆ ਧਨਾਸਰੀ ਹੈ ਜਾਂ ਉਹਦੇ ਬਾਅਦ ਪੂਰਬੀ ਰਾਗ ਹੈ, ਇਹਦੇ ਨਾਲ ਇੱਕ ਦੋ ਹੋਰ ਰਾਗ ਨੇ। ਏਮਨ ਕਲਿਆਣ ਹੈ ਥੋੜਾ ਹੈਵੀ, ਲੇਕਿਨ ਕਿਉਂਕਿ ਮੇਜਰ ਸਕੇਲ ਦੇ ਲੋਕੀ ਉਹਨੇ ਇੰਨਾ ਜ਼ਿਆਦਾ ਰਵਨਾ ਉਹ ਨਹੀਂ ਕਰਦੇ, ਬਟ ਇਟਸ ਵੈਰੀ ਹੈਵੀ ਰਾਗ ਆਲਸੋ। ਐਂਜੀ ਰਾਗ ਭੈਰੋਂ ਸੁਬਾ ਦਾ ਜਿਹੜਾ ਰਾਗ ਹੈ, ਠੀਕ ਹੈ ਨਾ, ਜਿਵੇਂ ਜਿਹੜੇ ਜ਼ਬੂਰ ਅਸੀਂ 121 ਗਾਉਂਦੇ ਆ ਨਾ ਕਿ ਆਪਣਾ ਅੱਖੀਆਂ ਚੁੱਕਣਾ ਹਮੈਵਲ ਪਹਾੜਾਂ, ਮਤਲਬ ਇਟਸ ਅਗਰ ਪਿਓਰ ਰਾਗ ਗਾਇਆ ਜਾਏ ਦੈਟਸ ਰਾਗ ਭੈਰੋ, ਅਰਲੀ ਮਾਰਨਿੰਗ ਦਾ ਰਾਗ ਹੈ। ਸੋ ਅਸੀਂ ਵੇਖਦੇ ਹਾਂ ਕਿ ਸਾਡੇ ਆਪਣੇ ਕੰਟੈਕਸਟ ਦੇ ਵਿੱਚ ਬਹੁਤ ਸਾਰੇ ਐਸੇ ਰਾਗ ਨੇ ਕਿ ਜਿਹੜੇ ਸਾਨੂੰ ਦੱਸਦੇ ਨੇ ਕਿ ਜੀ ਉਸ ਰਾਗ ਨੂੰ ਕਿਹੜੇ ਵੇਲੇ ਗਾਣਾ ਚਾਹੀਦਾ, ਉਹਦੇ ਚ ਥੀਮ ਕਿਹੜਾ ਹੋਣਾ ਚਾਹੀਦਾ। ਔਰ ਜਿਵੇਂ ਪੰਡਤ ਜਸਰਾਜ ਪਿਛਲੇ ਸਾਲ ਇੰਤਕਾਲ ਹੋਇਆ, ਉਹਨਾਂ ਦਾ ਬੜੇ ਮਸ਼ਹੂਰ ਇੰਡੀਆ ਦੇ ਗਵਈਏ ਹਨ ਪੰਡਤ ਜਸਰਾਜ, ਔਰ ਉਹਨਾਂ ਦੀ ਬੜੀ ਮਸ਼ਹੂਰ ਇੱਕ ਹੋਵੇ ਉਹਨਾਂ ਦੀ ਗਾਈ ਹੋਈ ਠੁਮਰੀ ਹੈ ਜਿਹੜੀ ਕਿ ਕਹਿੰਦੀ ਹੈ ਕਿ ਮੇਰੇ ਅੱਲਾ ਮਿਹਰਬਾਨ, ਔਰ ਮਤਲਬ ਦੈਟਸ ਪਾਵਰਫੁਲ। ਮੈਂ ਅਕਸਰ ਉਹਨੂੰ ਸਵੇਰੇ ਨਾ ਮੈਂ ਉਹਨੂੰ ਸੁਣਨਾ ਵਾ ਜਦੋਂ ਪੰਡਤ ਜਸਰਾਜ ਨੂੰ ਮੈਂ ਜਦੋਂ ਜਾਂ ਰਾਗ ਭੈਰੋਂ ਨੂੰ ਜਦੋਂ ਮੈਂ ਰਚਾਣਾ ਹੁੰਦਾ ਜਾਂ ਮੈਂ ਜਦੋਂ ਉਹਨੂੰ ਪ੍ਰੋਪਰ ਇਨ ਹੋਣਾ ਹੁੰਦਾ, ਸੋ ਆਈ ਲਿਸਨ ਦੈਟ ਪੰਡਤ ਜਸਰਾਜ ਦਾ ਮੇਰੇ ਅੱਲਾ ਮਿਹਰਬਾਨ, ਮਤਲਬ ਪਾਵਰਫੁਲ ਯੂ ਵਿਲ ਇਟ ਵਿਲ ਸਵੇ ਅਵੇ ਜਿਵੇਂ ਉਹਨੂੰ ਵਰਤਿਆ ਵੇ ਜਾਂ ਗਾਇਆ ਵੇ। ਸੋ ਅਸੀਂ ਵੇਖਦੇ ਜੀ ਕਿ ਲਿਲੀ ਦਾ ਜ਼ਿਕਰ ਕੀਤਾ ਗਿਆ ਵੇ। ਦੂਜਾ ਐਟ ਸੇਮ ਟਾਈਟਲ ਹੈ शोशनीम दूत के सुर पर, ਇਹ ਜ਼ਬੂਰ 45 ਦਾ ਵੀ ਸਰਨਾਮਾ ਵੇ ਔਰ ਜ਼ਬੂਰ 69 ਦਾ ਵੀ ਸਰਨਾਮਾ ਵੇ ਔਰ ਜ਼ਬੂਰ 60 ਦੇ ਉੱਤੇ ਵੀ ਆਇਆ। ਸੋ ਆਲਰੇਡੀ ਇਹ ਸਰਨਾਮਾ ਸੇਮ ਜਿਹੜਾ ਵੇ ਤਿੰਨ ਹੋਰ ਜ਼ਬੂਰਾਂ ਦੇ ਉੱਤੇ ਇਹਦਾ ਜ਼ਿਕਰ ਕੀਤਾ ਗਿਆ। ਓਕੇ ਜੀ, ਇੰਟਰਸਟਿੰਗਲੀ ਨਾਓ ਹੁਣ ਅਸੀਂ ਚੱਲਦੇ ਹਾਂ ਜੀ ਇਹ ਇਸਰਾਇਲ ਕੇ ਚੁਪਾਨ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਇੱਥੇ ਜਿਹੜਾ ਜ਼ਿਕਰ ਹੈ ਇਸਰਾਇਲ ਮਤਲਬ 12 ਦੇ 12 ਕਬੀਲੇ। ਓਕੇ, so that's going now not dividing into two kingdoms. Now he's going to talk about the whole Israelite, the 12 tribe, the United Kingdom, ਜਿਹਨੂੰ ਕਿ ਇਸਰਾਇਲ ਦੀ ਸਲਤਨਤ ਕਿਹਾ ਗਿਆ ਸੀ। ਲੇਕਿਨ ਅੱਗੇ ਜਾ ਕੇ ਅਸੀਂ ਵੇਖਾਂਗੇ ਉਹ ਕਿਵੇਂ ਵੰਡ ਪਾਉਂਦਾ ਵੇ ਦੋ ਤਿੰਨ ਜਿਹੜੇ ਕਬੀਲੇ ਨੇ ਉਹਨਾਂ ਦੇ ਨਾਵਾਂ ਦੇ ਨਾਲ। ਸੋ ਅਸੀਂ ਵੇਖਦੇ ਹਾਂ ਪਹਿਲੀ ਚੀਜ਼ ਜਿਹੜੀ ਗੱਲ ਦੱਸਦਾ ਵੇ, ਤੂੰ ਜੋ ਗੱਲਾਂ ਕੀ ਮਾਨੰਦ ਕਿਸ ਕੋ ਲੈ ਚਲਤਾ ਹੈ ਜੀ, यूसुफ को ले चलता है। इंटरेस्टिंगली why Joseph here, why यूसुफ ਦਾ ਕੀ ਕੰਮ ਹੈ, ठीक है ना। सो दैट्स इंटरेस्टिंग कंट्रास्ट और बड़ा हैरानकुन काम है। लेकिन दिलचस्प गल है कि यूसुफ का जिक्र इत्थे क्यों है, ਉਹਦੀ ਵਜ੍ਹਾ ਹੈ ਵੇ ਮੇਰੇ ਜੀਓ ਕਿ ਤੁਹਾਨੂੰ ਯਾਦ ਹੋਏਗਾ ਯਾਕੂਬ ਨੇ ਮਰਨ ਲੱਗਿਆ ਜਿਹੜੀ ਉਹਦੀ ਫੇਵਰਿਟ ਬਿਲਵਡ ਵਾਈਫ ਸੀ ਰੇਚਲ, ਰਾਖਲ ਜਿਹਨੂੰ ਅਸੀਂ ਕਹਿੰਦੇ ਆ, ਠੀਕ ਹੈ। ਤੁਹਾਨੂੰ ਪਤਾ ਨਾ ਰਾਂਝਾ ਤੇ ਬਣਿਆ ਵਿਚਾਰਾ ਰਾਖਲ ਲਈ, ਠੀਕ ਹੈ ਨਾ, ਤੇ ਘਰ ਨੇ ਉਹਦੇ ਮਾਮੇ ਨੇ ਨਾ ਹੁਸ਼ਿਆਰੀ ਕਿਤੇ ਕਿਹਾ ਜੀ ਪਹਿਲਾਂ ਵੱਡੀ ਵਿਆਹਾਂਗੇ ਛੋਟੀ ਦੇਵਾਂਗੇ, ਠੀਕ ਹੈ ਨਾ। ਸੋ ਉਹਨੂੰ ਪਹਿਲਾਂ ਲਿਆ ਵਿਆਹ ਦਿੱਤੀ, ਲਿਆ ਉਹਨੂੰ ਪਸੰਦ ਕੋਈ ਨਹੀਂ, ਲੇਕਿਨ ਉਹਨੂੰ ਮਜਬੂਰੀ 7 ਸਾਲ ਉਹਨੇ ਫਿਰ ਮੱਝਾਂ ਚਰਾਈਆਂ, ਰਾਂਝੇ ਮੱਝੀਆਂ ਚਰਾਈਆਂ ਤੇ ਡੋਲੀ ਲੈ ਕੇ ਖੇੜੇ। ਤੁਹਾਨੂੰ ਪਤਾ ਨਾ ਸਾਡੇ ਤੇ ਗਾਉਂਦੇ ਨੇ ਪੰਜਾਬ ਵਿੱਚ, ਠੀਕ ਹੈ ਨਾ। ਤੇ ਉਹ ਵਿਚਾਰਾ ਉਹਨੇ ਵਿਚਾਰੇ ਮਿਹਨਤ ਕੀਤੀ, ਆਪਣਾ ਚਰਾਂਦਾ ਰਿਹਾ ਭੇਡ ਬੱਕਰੀਆਂ ਸਾਰੀਆਂ ਰਾਖਲ ਦੇ ਚੱਕਰਾਂ 'ਚ, ਤੇ ਉਹ ਲਿਆ ਉਹਨੂੰ ਜਨਾਬ ਉਹਨੇ ਕਿਹਾ, ਸਹੁਰੇ ਨੇ ਕਿਹਾ, ਮਾਮੇ ਨੇ ਕਿਹਾ ਭਾਈ 7 ਸਾਲ ਹੋਰ ਲਾ ਫਿਰ ਤੈਨੂੰ ਰਾਖਲ ਮਿਲੇਗੀ। ਸੋ
क्योंकि याकूब पूरा रांझा सी उस वेले, उन्होंने 7 साल लिखिया कलाम है, उन्होंने पता लगा 7 साल किवें लंघ गए। एनीवे, so we can see that that's how the whole 12 tribes come out और पैदा होए 12 ਦੇ 12 ਜਿਹੜੇ ਉਹਦੇ ਬੇਟੇ ਨੇ। ਲੀਆ ਦੇ ਨਾਲ ਉਹਦੀ ਲੌਂਡੀ ਜਿਹੜੀ ਸੀ ਬਿਲਹਾ ਉਹ ਆਈ, ਔਰ ਰਾਹਲ ਦੇ ਨਾਲ ਉਹਦੀ ਇੱਕ ਲੌਂਡੀ ਨਾਲ ਹੋਰ ਨਾ ਕੀਤੀ। that's how from 2 wives 2 concubines Jacob has 12 sons। ਠੀਕ ਹੈ, ਇੱਕ ਉਹਦੀ ਬੇਟੀ ਸੀ ਦੀਨਾ, ਉਹਦਾ ਬਾਅਦ ਚੋਂ ਕਦੇ ਜ਼ਿਕਰ ਕਰਾਂਗੇ। ਉਹਦੀ ਬੇਟੀ ਦਾ ਜਿਹੜਾ ਵੇ ਉਹ ਇੰਨਾ ਜ਼ਿਆਦਾ ਉਹਦਾ ਇੰਨਾ ਜ਼ਿਆਦਾ ਸਟੋਰੀ ਬਿਆਨ ਨਹੀਂ ਕੀਤੀ ਗਈ। ਲੇਕਿਨ ਯੂਸਫ, ਵਾਈ ਯੂਸਫ, ਪਹਿਲੀ ਚੀਜ਼ ਅਸੀਂ ਵੇਖਦੇ ਹਾਂ ਕਿ ਯੂਸਫ ਜਿਹੜਾ ਵੇ ਉਹਦੀ ਵਜ੍ਹਾ ਨਾਲ ਅਗਰ ਉਹ ਗੁਲਾਮੀ ਚ ਵੇਚਿਆ ਨਾ ਜਾਂਦਾ ਤੇ 70 ਦੇ 70 ਲੋਕ ਜਿਹੜੇ ਹਨ ਯਾਕੂਬ ਸਨੇ ਉਹ ਸਾਰੇ ਮਿਸਰ ਕਦੀ ਨਾ ਪਹੁੰਚਦੇ। ਠੀਕ ਹੈ, ਸੋ ਇਹ ਸਾਡੇ ਵਾਸਤੇ ਬੜੀ ਪਾਵਰਫੁਲ ਇਮੇਜ ਹੈ ਕਿ ਬਾਜ਼ ਅਗਰ ਅਸੀਂ ਮੁਸ਼ਕਲਾਂ, ਪਰੇਸ਼ਾਨੀਆਂ ਨੂੰ, ਦੁੱਖਾਂ ਤਕਲੀਫਾਂ ਨੂੰ ਔਰ ਲੋਕਾਂ ਦੇ ਰਵੱਈਆਂ ਨੂੰ ਸਮਝਦੇ ਆ ਕਿ ਜੀ ਸਾਡੇ ਨਾਲ ਜ਼ਿਆਦਤੀ ਹੋ ਗਈ ਹੈ, ਲੇਕਿਨ ਖੁਦਾ ਦੇ ਲੋਕ ਹੁੰਦੇ ਆਇਆ ਯੂਸਫ ਦੇ ਬਾਰੇ ਲਿਖਿਆ ਵੇ ਉਹਨੂੰ ਇੱਕ ਦਿਨ ਵੀ ਇਹ ਖਿਆਲ ਨਹੀਂ ਆਇਆ, ਉਹ ਤੇ ਝੂਠਾ ਇਲਜ਼ਾਮ ਲੱਗਿਆ, ਉਹ ਜਨਾਬ ਪਹਿਲਾਂ ਵੇਚਿਆ ਗਿਆ, ਗੁਲਾਮ ਬਣਿਆ, ਫਿਰ ਹਨੇਰੇ ਸੁੱਟਿਆ ਗਿਆ, ਉਹਨਾਂ ਪਤਾ ਨਹੀਂ ਕੀ ਜ਼ਿਆਦਤੀਆਂ ਹੋਈਆਂ, ਲੇਕਿਨ ਜਿੰਨੀ ਵੱਡੀ ਜ਼ਿਆਦਤੀ ਹੀ ਓਨਾ ਹੀ ਨੇੜੇ ਮਿਸਰ ਦਾ ਤਖਤ ਉਹਦੇ ਆਉਂਦਾ ਗਿਆ। ਜੇ ਹਰ ਜਿਹੜੀ ਮੁਸੀਬਤ ਸੀ, ਹਰ ਅਜ਼ਮਾਇਸ਼ ਜਿਹੜੀ ਸੀ, ਉਹ ਦਾ ਸਟੈਪਿੰਗ ਸਟੋਨ ਬਣਦੀ ਸੀ, ਐਂਡ ਅਲਟੀਮੇਟਲੀ ਹੀ ਬਿਕਮ ਦਾ ਸੈਕੰਡ ਕਿੰਗ ਆਫ ਦਾ ਮੋਸਟ ਪਾਵਰਫੁਲ ਨੇਸ਼ਨ ਇਨ ਦੈਟ ਟਾਈਮ, ਇਜਿਪਟ ਦਾ ਉਹ ਬਾਦਸ਼ਾਹ ਬਣ ਗਿਆ। ਸੋ ਦੈਟਸ ਵੀ ਸੀ ਕਿ ਯੂਸਫ ਜਿਹੜਾ ਵੇ ਉਹਨੂੰ ਲੈ ਗਿਆ ਵੇ। ਸੋ ਉੱਥੇ ਕਹਿ ਰਿਹਾ ਜੀ ਕਿ ਤੂੰ ਯੂਸਫ ਨੂੰ ਇੰਜ ਲੈ ਕੇ ਗਿਆ ਉੱਥੇ ਜਿਵੇਂ ਕੋਈ ਚਰਵਾਹਾ ਲੈ ਕੇ ਜਾਂਦਾ ਵੇ, ਔਰ ਫਿਰ ਉਹ ਦੁਬਾਰਾ ਕਹਿੰਦਾ ਵੇ ਕਿ ਹੁਣ ਜਿਵੇਂ ਤੂੰ ਲੈ ਕੇ ਗਿਆ ਹੈ, ਜਿਵੇਂ ਤੂੰ ਸਾਨੂੰ ਕੱਢਿਆ ਸੀ ਮਿਸਰ ਦੀ ਗੁਲਾਮੀ ਦੇ ਵਿੱਚੋਂ, ਇੰਜ ਹੀ ਹੁਣ ਫਿਰ ਸਾਡੇ ਤੇ ਆਪਣੀ ਨਜ਼ਰ ਕਰ, ਸਾਡੇ ਨਾਲ ਇੰਗੇਜ ਹੋ। ਦੂਸਰੀ ਚੀਜ਼ ਜਿਹੜੀ ਜ਼ਿਕਰ ਕਰਦਾ ਇੱਥੇ ਖੁਦਾ ਦਾ, ਉਹ ਕਹਿੰਦਾ ਜੀ ਤੂੰ ਜੋ ਕਰੋਬੀਆਂ ਉੱਪਰ ਬੈਠਾ ਹੈ ਜਲਵਾਗਰ, ਕਰੋਬੀਮ, ਦੈਟਸ ਇੰਟਰਸਟਿੰਗ। ਕਰੋਬੀ ਤੁਹਾਨੂੰ ਪਤਾ ਹੈ ਫਰਿਸ਼ਤਿਆਂ ਦੀਆਂ ਕਈ ਕਿਸਮਾਂ, ਸਾਡੇ ਕੋਲ ਵੀ ਇੱਕ ਐਂਜਲ ਹੈ, ਠੀਕ ਹੈ, ਬਗੈਰ ਪਰਾਂ ਤੋਂ, ਔਰ ਲੇਕਿਨ ਬਾਈਬਲ ਮੁਕੱਦਸ ਦੱਸਦੀ ਹੈ ਕਿ ਜਿਹੜੇ ਐਂਜਲ ਨੇ they have a certain kinds of angel। ਠੀਕ ਹੈ, ਇੱਕ ਲਿਖਿਆ ਜਿਹੜੇ ਖਿਦਮਤਗੁਜ਼ਾਰ ਰੂਹਾਂ ਨੇ। ਅਸਾਂ ਪਿਛਲੇ ਜ਼ਬੂਰ ਵਿੱਚ ਵੇਖਿਆ ਸੀ ਕਿ ਐਸੇ ਵੀ ਫਰਿਸ਼ਤੇ ਨੇ ਕਿ ਜਿਹੜੇ ਖੁਦਾ ਦੇ ਗਜ਼ਬ ਨੂੰ ਕੀ ਕਰਦੇ ਨੇ, ਉੰਡੇਲਦੇ ਨੇ। ਐਸੇ ਫਰਿਸ਼ਤੇ ਨੇ ਜਿਹੜੇ ਕਮਿਊਨੀਕੇਟ ਕਰਦੇ ਨੇ। ਸੋ देयर आर certain 3 ਕਿਸਮਾਂ ਦੇ ਫਰਿਸ਼ਤਿਆਂ ਦਾ ਜ਼ਿਕਰ ਬਾਈਬਲ ਹੈ ਜੀ, ਕਰੋਬੀਮ, ਸਰਾਫੀਮ ਔਰ ਜਿਹੜੇ ਫਰਿਸ਼ਤੇ ਨੇ ਬਾਕੀ। ਕਰੋਬੀਮ ਜਿਹੜੇ ਨੇ ਉਹਨਾਂ ਦਾ ਅਗਰ ਤੁਸੀਂ ਹੁਲੀਆ ਵੇਖਣਾ ਚਾਹੋਗੇ ਤੇ ਮੇਰੇ ਅਜ਼ੀਜ਼ੋ, ਅਗਰ ਤੁਸੀਂ ਖੋਲੋ ਮੇਰੇ ਨਾਲ ਤੇ ਅਗਰ ਤੁਸੀਂ ਰੈਫਰੈਂਸ ਪੜੋ, और रेफरेंस से जनाब हिजकियल नबी का सहीफा और उसका पहला बाब है। ठीक है, हिजकियल पहला बाब है और उसके बाद मुकाशफा 4:7। तो वारी वारी हवाला दस के कोई भी पढ़ ले। आयत ਕਿਹੜੇ ਵਾਲੇ ਦੀ? ਹਿਜ਼ਕੀਅਲ ਦੀ। ਹਾਂਜੀ, ਹਿਜ਼ਕੀਅਲ ਪਹਿਲਾ ਬਾਬ ਤੁਸੀਂ ਜਿਹੜਾ ਪੜੋਗੇ ਨਾ ਤੇ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਤੁਸੀਂ 9ਵੀਂ ਆਇਤ ਤੋਂ ਪੜੋਗੇ, ਬਲਕਿ 9ਵੀਂ ਦੀ ਬਜਾਏ ਤੁਸੀਂ ਜਨਾਬ 5ਵੀਂ ਆਇਤ ਤੋਂ ਪੜੋਗੇ। ਅੱਛਾ। ਅਤੇ ਉਸ ਵਿੱਚ 4 ਜੰਤੂ ਸਨ ਅਤੇ ਉਹਨਾਂ ਦਾ ਰੂਪ ਇਹ ਸੀ ਕਿ ਉਹ ਆਦਮੀ ਵਰਗੇ ਸਨ ਅਤੇ ਹਰ ਇੱਕ ਦੇ 4 ਮੂੰਹ ਅਤੇ ਉਹਨਾਂ ਵਿੱਚੋਂ ਹਰ ਇੱਕ ਦੇ 4 ਖੰਭ ਸਨ ਅਤੇ ਉਹਨਾਂ ਦੇ ਪੈਰ ਸਿੱਧੇ ਪੈਰ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਾਂਗਰ ਸਨ ਅਤੇ ਉਹ ਮਾਂਜੇ ਹੋਏ ਪਿੱਤਲ ਵਾਂਗਰ ਚਮਕਦੇ ਸਨ ਅਤੇ ਉਹਨਾਂ ਦੇ ਚੌਂ ਪਾਸੀ ਉਹਨਾਂ ਦੇ ਖੰਭਾਂ ਦੇ ਹੇਠ ਆਦਮੀ ਦੇ ਹੱਥ ਸਨ। 4 ਦੇ ਚਿਹਰੇ ਅਤੇ ਖੰਭ ਔਂ ਸਨ ਕਿ ਉਹਨਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ ਅਤੇ ਉਹ ਸਾਰੇ ਸਿੱਧੇ। ਅੰਕਲ ਜੀ ਥੈਂਕ ਯੂ। ਸੋ ਤੁਸੀਂ ਵੇਖਣ ਕਿ ਪੂਰਾ ਹੁਲੀਆ ਪੂਰੇ ਚੈਪਟਰ ਵਿੱਚ ਦੱਸਿਆ ਗਿਆ, ਤੁਸੀਂ ਬਾਅਦ ਚ ਪੜ੍ਹ ਸਕਦੇ ਹੋ, ਲੇਕਿਨ ਤੁਸੀਂ ਅਗਰ ਮੁਕਾਸ਼ਫਾ 4 ਬਾਬ ਔਰ ਤੁਸੀਂ ਉਹਦੀ ਪੜ੍ਹੋਗੇ ਜਦੋਂ 7ਵੀਂ ਆਇਤ, ਤੁਹਾਨੂੰ ਉੱਥੇ ਵੀ ਇਹਨਾਂ 4 ਜਾਨਦਾਰਾਂ ਦਾ ਔਰ ਕਰੋਬੀਆਂ ਦਾ ਜ਼ਿਕਰ ਮਿਲੇਗਾ। 4 ਬਾਬ और ਉਹਦੀ 7ਵੀਂ आयत जिन्हें कढ़िया जी दस पढ़े। पहला जानदार बब्बर की मानद है और दूसरा जानदार बछड़े की मानद और तीसरे जानदार का चेहरा इंसान का सा है और चौथा जानदार उड़ते हुए उकाब की मानद है। हाँ जी, 8वीं आयत भी। और इन चारों जानदारों के 6 पर हैं और चारों तरफ और अंदर आंखें ही आंखें हैं और रात दिन बगैर आराम लिए ये कहते रहते हैं कि कदूस कदूस कदूस
खुदावन खुदाए कादिर मुतलक जो था और जो है और जो आने वाला है। थैंक यू वेरी मच। सो जी तुसी वेखण रहे हो कि ए करो बीम दा इंट्रोडक्शन, ठीक है। इंटरेस्टिंगली चार ही तुहानू वेखोगे डोमेस्टिक जानवर, एक हवा दा, एक वाइल्ड बीस्ट है शेर है, एक उकाब है, एक बैल डोमेस्टिक और चौथा चेहरा कादा वे इंसाना दा। सो जेडे चार ही जानदार जेडे पूरी जमीन दे विच जेडे पाए जांदे ने उन्हां चारां दी रिप्रेजेंटेशन जेडी है इंक्लूडिंग ह्यूमन वो खुदा के सामने की ये मौजूद है, ठीक है। अच्छा, करोबीम पर जो बैठता है सानू यसाया नबी भी दसदा वे 6वें बाब दे विच उन्हें भी जो हैकल दा वेख्या वे उन्होंने भी सराफीम नजर आए ने। ज़बूर 99 सानू कहंदा जी खुदा करोबीम ते बेंदा वे। इसे लई जो खुदा ने मूसा नूं हुक्म दिता है कि तू ऐद दा संदूक बनाना, ठीक है। जे ऐद दे संदूक दे विच उन्हें कहा सी कि जेड़ा ऐद दे संदूक दा उतला हैड होएगा ना, कवर होएगा जेड़ा, ओदे उत्ते दो करोबी आमने सामने ज बनणगे, ठीक है। इंज उन्हां दे पर उत्तों दी इंज रलदे होणगे, उन्हां दे सिर थल्ले झुके होणगे और उन्होंने पर उत्थों रलते होंगे और उत्थे खुदा दी ग्लोरी शकायना जिहड़ा ना और उत्ते होवर करेगा और वो पाकतरीन होली ऑफ हॉलीज दे विच रखिया जांदा सी। ओदे उत्ते भी खून छिड़कन लई सरदार काहन सिर्फ साल विच इक्को वारी जांदा सी अंदर, उदों इलावा नहीं जांदा। साल विच इक्को वारी जाना उन्हें जदों यौम कफारा होना, ठीक है। तो असीं वेखदे आ कि ज़बूर नबी आसफ जिहड़ा वे थे वो साडे सामने खुदा दा जिहड़ा इमेज है ना सिर्फ वो एक गल्लाबान अंगरू अयाली अंगरू पेश करदा वे बल्कि कहता है कि तू करोबियों पर बैठा हुआ है, मेरा खुदावन दा लश्कर है जेड़ा आसमान दा, ठीक है। उन्होंने भी साडे सामने पेश करदा वे, कहता है कि तू जलवागर हो तो अपना जलाल वहा, ग्लोरी खुदावन तेरी जेडी ग्लोरी है जेड़ा तेरा जलाल है ना उन्होंने साडे सामने की कर, उन्होंने जाहिर कर। अच्छा, दूसरी आयत बड़ी इंटरेस्टिंग है। दूसरी आयत तीन बंदियां दे नाम है जी, इफ्राइम, बिन्यामीन और मनस्सी के सामने अपनी कुव्वत को बेदार कर। व्हाई दीज थ्री sons of Jacob mentioned in this verse, Ephraim, Benjamin और मनस्सी, ठीक है। इन्हां दे विचों तुसीं वेखोगे कि इफ्राइम जिहड़ा वे और मनस्सी जिहड़ा वे ए दोवें यूसुफ दे पुत्र सन, ठीक है। पैदाइश की किताब 49वां बाब और उसके बाद जो याकूब ने डेथ बेड ते अपने सारे चौवां अपने 12 बेटे जो ब्लैसिंग दी है ते रूबन दी बरकत जिहड़ा पहलोठा सी ना, रूबन सारना वड्डा सी एक्चुअली, याकूब दा पहले सारना वड्डे मुंडे दा नाम की सी, पहलोठा रूबन, ठीक है जी। सो टेक्निकली अगर वेख्या जाए ते बरकत जिहड़ी है बाप दी बरकत या विरासत जिहड़ी है रिस्पांसिबिलिटी किहदी बनदी है सारना पहला वड्डे पुत्र, ठीक है ना। साडे कल्चर विच भी मिडल ईस्टर्न कल्चर विच भी वड्डा मुंडा जिहड़ा वे ही इज द रिस्पांसिबल एंड ही इज द सेकंड टू द फादर, ठीक है। लेकिन याकूब ने ਜਿਹੜੀ ਰੋਬਨ ਦੀ ਬਰਕਤ ਸੀ ਉਹ ਉਹਨੇ ਯੂਸਫ ਦੇ ਦੋਵਾਂ ਪੁੱਤਰਾਂ ਨੂੰ, ਹਾਲਾਂਕਿ ਯੂਸਫ ਨੰਬਰ ਦੇ ਵਿੱਚ 11ਵਾਂ ਸੀ, ਸੈਕੰਡ ਲਾਸਟ ਸਨ, ਠੀਕ ਹੈ। ਸੋ ਯਾਕੂਬ ਨੇ ਇੰਟੈਂਸ਼ਨਲੀ ਪਹਿਲੋਠੇ ਦੀ ਬਰਕਤ, ਰੋਬਨ ਦੀ ਬਰਕਤ ਜਿਹੜੀ ਹੈ ਉਹ ਉਹਨੇ ਯੂਸਫ ਦੇ ਦੋਵਾਂ ਪੁੱਤਰਾਂ ਇਫਰਾਇਮ ਤੇ ਮਨੱਸੀ ਨੂੰ ਦਿੱਤੀ। ਵਾਈ? ਦੈਟਸ ਦ ਬਿਗੇਸਟ ਕੁਐਸਚਨ। ਵਾਈ ਜੇਕਬ ਹੈਜ਼ ਡਨ and distributed blessing in this way? इदा जवाब सानू मेरे जी जो तवारीख दी दूसरी किताब ओदा 5वां बाब ते पहली 2 आयतां दसदी, ठीक है। सो इतिहास दी किताब दा दूसरी अगर तुसीं कढोगे पंजवां बाब पहलियां 2 आयतां जी, दूसरा पहला इतिहास सॉरी फर्स्ट क्रॉनिकल्स 5वां बाब ते पहलियां 2 5वां बाब इजराइल दे पलोठे रोबन दे अंश क्यों जो वो पहला पलोठा सी, पर इसलिए जो उसने अपने पिता दी सेजा नूं प्रेष्ट कीता सी, उस दा पलोठापन इस्राइल दे पुत्र यूसुफ दे पुत्रां नूं दिता गया अते ओ कुल पत्री विच पहलोठा करके नहीं गिणीदा। यहूदा तां अपने भरावां उत्ते प्रबल होया अते उसे तो प्रधान निकलिया, पर पहलोठे दा हक यूसुफ दा सी। Here you go. See? So की समझ आएगी जी? Why Reuben was ignored, अंकल जी? पहला पलोठा सी। हाँ जी, बड़ा मुंडा सी ना, हक ओदा ही, लेकिन बरकत उन्होंने नहीं मिली पलोठे दी। उत्थे रीजन दसी गई है ना, नहीं पता एनीबॉडी? सिस्टर सुंबल, यूसुफ दे पुत्र को पता तो कभी सुनी हो या गल? जी
ਕਿ ਉਹਨੇ ਵਿਚਾਰ ਕੀਤਾ ਸੀਗਾ ਆਪਣੇ ਪਿਤਾ ਦੇ ਵਿਰੋਧ, ਇਸ ਕਰਕੇ। ओके सिस्टर सुंबल। जी जी बिल्कुल ठीक है। उसने अपने बाप की जो वाइफ थी उसके साथ गलत काम किया था। हाँ जी, सो दैट्स द रीजन, क्योंकि ਉਹਨੇ ਆਪਣੇ ਬਾਪ ਦੇ ਬਿਸਤਰ ਨੂੰ ਆਪਣੇ ਬਾਪ ਦੀ ਲੌਂਡੀ ਜਿਹੜੀ ਸੀ ਉਹਦੇ ਨਾਲ ਉਹਨੇ ਜ਼ਨਾਕਾਰੀ ਕੀਤੀ, ਰੇਪ ਕੀਤਾ ਉਹਦਾ। that was the reason ਕਿ ਖੁਦਾ ਨੇ ਔਰ ਯਾਕੂਬ ਨੇ ਉਹਨੂੰ ਪਹਿਲੋਠੇ ਦੇ ਹੱਕ ਤੋਂ ਕੀ ਕਰ ਦਿੱਤਾ, ਫਰਕ ਕਰ ਦਿੱਤਾ। ठीक है, तो इसलिए देखोगे कि इफ्राइम और मनस्सी के सामने, तो क्योंकि बरकत जी है यूसुफ का जिक्र होया होते, ठीक है, 12 कबीलियां का जिक्र होया वे, ब्लेसिंग उत्थे मिली है। लेकिन बिन्यामीन इंटरेस्टिंगली, अच्छा पता बेंजामिन का मतलब कि मेरे सौरे का नाम ही बिन्यामीन, बेंजामिन उन्होंने नाम सी। और बेंजामिन का मतलब है जी द आर्म ऑफ गॉड, खुदा का बाजू। ठीक है, बिन यामीन यानी खुदा के बाजू का फर्जंद। ठीक है, बाजू का फर्जंद बिन्यामीन का मतलब है। अच्छा दिलचस्प गल है कि जेडे जो कबीले जो दो जो होए ना, जो सल्तनत तकसीम होगी, 10 कबीले एक पासे चले गए, 2 कबीले एक पासे आ गए। ठीक है, जूडा दी पेशन गोई तुहानू पता वे कि याकूब ने डेथ बेड ते जूडा दी पेशन गोई कीती सी कि सरदार जेड़ा वे शलोआ जेड़ा वे ओ निकलेगा किदे विचों, जूडा दे कबीले दे विचों। अगर रेफरेंस तुसीं नोट कर लो, पढ़ांगे नहीं, साडे कोल इतना टाइम नहीं है। पैदाइश दी किताब है, ओदा 49वां बाब है, 8वीं ते 10वीं आयत। ठीक है, इहदे विच जूडा दी बरकत दा जिक्र है, यहूदा दी बरकत जो मिली है ना ओदा जिक्र। हालांकि जूडा दा नंबर सी भरावां दे विच, अगर मैं गलती ना करा तो 4थे या 5वें नंबर। ठीक है, लेकिन ओनू ओदे वास्ते पेशन कोई हुई कि सरदार शलोआ जिहड़ा वे ओदे चों निकलेगा, जूडा दे कबीले दे विचों। ठीक है, सो असीं इस बूर मैंने जी सानू इत्थे नजर आउंदिया वे कि बिन्यामीन जिहड़ा वे अपने भरावां दे विचों 12 कबीलियां दे विचों ओने किहदे नाल जोड़ बनाया सी, जूडा दे नाल। ठीक है, इसलिए दाऊद दे घराने दी सल्तनत जिहड़ी सी ओह इकट्ठी रही और बाकी 10 कबीले की हो गए, एक पासे चले गए। लेकिन बिन्यामीन किहदे नाल जुड़िया रहा, जूडा दे नाल। ठीक है, दैट्स इंटरेस्टिंग कंट्रास्ट। और इहदी एक और बड़ी दिलचस्प गल है जिहड़ी कि जियोग्राफिकली है, जदों उन्होंने सल्तनतां वंडियां ना सारियां ने, जो टेरिटरी दित्तियां ने यशुआ ने। ठीक है, ते बिन्यामीन जिहड़ा सी और जो सल्तनत तकसीम होई 2 हिस्सियां दे विच, ते बिन्यामीन दी जिहड़ी टेरिटरी सी और जिहड़ी बाउंड्री सी, लाइन ऑफ कंट्रोल जिहड़ी सी, वो लाइन ऑफ कंट्रोल रलदी सी थल्ले पासे अल जूडा दे कबीले दे नाल। सो दैट वाज द लाइन ऑफ कंट्रोल। सो बिन्यामीन जिहड़ा सी ओने अपना इलाका कितना शामिल कर लिया, जूडा दे नाल। लेकिन अगे पिछे हुंदा रहिंदा है, जो लाइनां हुंदियां हन ना, फटे हुंदे हन, ते ओदी टेरिटरी तब्दील हो जांदी। सो दैट इंटरेस्टिंगली जिहड़ा ना कंट्रास्ट नजर आउंदी है। लेकिन मैं हुण ज्यादा इहदे अगे नहीं जावांगा डीपली, क्योंकि देयर आर लॉट्स ऑफ थीम्स। हुण मैं जरा थोड़ा जिहा क्विक जान लगा। ठीक है, सो तीसरी आयत जिहड़ी है मेरे जीजो, तुसीं वेखोगे जिहड़ी पोएट्री है ना, इट्स अ स्ट्रोफ इट्स अ हिब्रू पोएटिकल जॉनरा। जिवें साडे गजल है, साडे कोल गीत है, साडे कोल नज़म है। तो दीज आर वेरियस पोएटिक जॉनरास जिन्हां नूं असीं अपने इंडिया पाकिस्तान दे विच 2 शेरां दा गीत हुंदा वे, हम काफिया गजल हुंदी है, और मतलब इंज पूरी साडे कोल एक लिस्ट है पोएटिक सेक्शन दी। लेकिन इहदे विच ना ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਵੇ ਨਾ ਇਹ ਸੈੱਟ ਆਇਆ ਵੇ, ਜਿਹਦੇ ਵਿੱਚ 5 ਨੇ ਐਕਚੁਅਲੀ 5 ਹਿੱਸਿਆਂ ਦਾ ਸੈੱਟ ਹੈ, ਲੇਕਿਨ ਇਹਦੇ ਵਿੱਚੋਂ ਜਿਹੜਾ 2 ਹਿੱਸੇ ਨੇ ਉਹ ਸੇਮ ਨੇ। ਮਸलन ਤੁਸੀਂ ਵੇਖੋਗੇ तीसरी आयत, ऐ खुदा हमको बहाल कर और अपना चेहरा चमका तो हम क्या हो जाएंगे, बच जाएंगे। पहला ग्रुप 7वीं आयत, ऐ लश्करों के खुदा हमको बहाल कर अपना चेहरा चमका तो हम बच जाएंगे। ठीक है, फिर 14वीं आयत सेम गल, ऐ लश्करों के खुदा हम तेरी मिन्नत करते हैं फिर मुतवज्जे हो, यानी अपना चेहरा साडे हल कर। ठीक है, फिर 19वीं आयत, ऐ खुदावन लश्करों के खुदा हमको बहाल कर अपना चेहरा चमका तो हम बच जाएंगे। ओके, यू सी द रेपिटेशन। ठीक है, सो 5 ਦੇ 5 ਜਿਹੜੇ स्ट्रोफ ने, ਜਿਹੜੇ कथा ने या शेर ने, ਜਿਹੜਾ ਸੈੱਟ ਬਣਿਆ ਨੇ, हर शेर ਦੇ ਬਾਅਦ ਉਹਨੇ ਜਿਹੜਾ ਵੇ ਸੇਮ ਗੱਲ ਰਿਪੀਟ ਕੀਤੀ ਹੈ, खुदा ने अपना चेहरा चमका ਤੇ ਸਾਨੂੰ ਬਹਾਲ ਕਰ, ਰੀਸਟੋਰ ਅਸ। और रिस्टोर किवें होवांगे सी, अपना चेहरा साडे हल कर, और सानू बहाली दा मतलब इत्थे कॉन्सेप्ट सानू जिंदा कर, वी आर डाई, ਅਸੀਂ मर गए। ठीक है, एक होर बड़ी इंपॉर्टेंट चीज है जिहड़ी मैं नोट की है ज़बूर दे विच। ठीक है, वो पता की है, होवे तुसीं 33वीं आयत पढ़ोगे, उत्थे लफ्ज की है, ऐ खुदा। तुहाडे कोल हिंदी और पंजाबी च की है जी, हे परमेश्वर सानू बहाल कर अते अपना चेहरा चमका। हाँ, सिर्फ जेड़ा ना तुहां खुदा दे नाम पढ़ने ने, टाइटल की ने। सो पहला टाइटल की है, हे परमेश्वर। सिस्टर ज्योति तुहाडे कोल की है? हां जी, सेम ही है, हे परमेश्वर। चौथी आयत नूं पढ़ो हुण, उत्थे तुसीं वेखोगे कि
ए डिग्री डबल हुई है कि नहीं हुई? हे यहोवा, बस हे यहोवा। हाँ जी, बस इदू अगे कुछ नहीं। सेना दे सेनावां दे प्रभु परमेश्वर परमेश्वर अपनी प्रजा दी। हाँ क्या ना हुन पढ़ा ना तुहां पूरा टाइटल, हे यहोवा। अगे की है जी? सेनाओं 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 के परमेश्वर। पहला सिर्फ की सी सिंगल, हे परमेश्वर। ओके, देन द ट्रिपल, ये परमेश्वर सेनाओं के, हे यहोवा सेनाओं के परमेश्वर। ठीक है, ओके। 7वीं आयत फिर पढ़ो, उथे की है? हे सेना दे परमेश्वर, हे सेना के परमेश्वर। ओके, दैट्स इट। सिर्फ खुदा का नाम तो रहना है, हे परमेश्वर सेनाओं के। 14वीं आयत, हे परमेश्वर सेनाओं के। लेकिन 19 आयत फिर सेम चौथी आयत वाला टाइटल फिर रिपीट हो रहा है, कि ये ऐ खुदावंद लश्करों के खुदा। ओके, दिलचस्प गल है भी इब्रानी जुबान दे विच इत्थे तिन्ने ही खुदा दे फर्क ना यूज होए। ओके, और ओ किवें में तुसी वेखोगे, पहला की है? पहला वे मेरे जीजो नंबर 3 है एलोहीम। ठीक है, एलोहीम ए परमेश्वर, ए खुदा हमको बहाल कर। चौथी आयत याहवे एलोहीम सबायोत। ठीक है, ए परमेश्वर लश्करों के खुदा। और 19 आयत सेम रिपीट है, फिर लश्करों के खुदा याहवे सबाओत। तो तुसी देखोगे कि ईच एंड एवरी स्ट्रोफ इज लीडिंग टू गॉड्स डबल प्रेजेंस, गॉड्स डबल पावर। ठीक है, ਜਿਹੜੀ ਦੇ ਸਾਹਮਣੇ ਪੇਸ਼ ਕਰਨ ਲਈ ਹੈ। ਐਂਡ ਦੈਟਸ ਇੰਟਰਸਟਿੰਗ ਵੀ ਜਿਹੜਾ ਵੇ ਨਾ ਸਾਡੇ ਸਾਹਮਣੇ ਵੇ ਕਿ ਜ਼ਬੂਰ ਨੂੰ ਵੀ ਸਿਖਾ ਰਿਹਾ ਵੇ ਕਿ ਖੁਦਾ ਦੀ ਹਮਦੋ ਸਤਾਇਸ਼ ਔਰ ਖੁਦਾ ਦੇ ਨਾਂ ਜਿਹੜੇ ਨੇ, ਖੁਦਾ ਦੇ ਜਿਹੜੇ ਕੁਦਰਤ ਹੈ, ਖੁਦਾ ਦੇ ਜਿਹੜਾ ਗਲੋਰੀ ਹੈ, ਉਹਨੂੰ ਹਰ ਵਾਰੀ ਖੁਦਾ ਦੇ ਨਾਂ ਦੇ ਨਾਲ ਉਹਨੂੰ ਕੀ ਕਰਦਾ ਵੇ? ਸੁਪਰਲੇਟਿਵ ਕਰਦਾ ਵੇ, ਡਿਗਰੀ ਨੂੰ ਸੁਪਰਲੇਟਿਵ ਕਰੀ ਜਾਂਦੇ। ਠੀਕ ਹੈ, ਸੋ ਅਸੀਂ ਵੇਖਦੇ ਕਿ ਇਹ ਬੜਾ ਇੰਟਰਸਟਿੰਗ ਕੰਟਰਾਸਟ ਇਹਦੇ ਵਿੱਚ। ਦੂਜੇ ਨੰਬਰ ਤੇ ਮੇਰੇ ਜੀਜ਼ੋ ਜਿਹੜਾ ਉਹਨੇ ਇੱਕ ਹੋਰ ਕਨਸੈਪਟ ਇੱਥੇ ਦਿੱਤਾ ਵੇ, ਉਹ ਉਹਨੇ ਬਨੀ ਇਸਰਾਈਲ ਨੂੰ ਇਮੇਜ ਯੂਜ਼ ਕੀਤਾ ਵੇ वाइन ट्री का, वाइन ब्रांच। ठीक है, और 7वीं आयत सानू कहती है, बल्कि 7वीं नहीं बल्कि 8वीं आयत कह रही है, तू मिस्र से एक ताक लाया। यानी यह हम गल करन दे वे जो बनी इस्राइल नु कढिया मिस्री गुलामी दे विचों। ठीक है, मिस्र से तू की लेके आया मैं? एक ब्रांच लेके आया मैं। और वो ब्रांच केड़ी सी? ताक या वाइन ब्रांच। साफ इत्थे किया गया वे कि वो वाइन ब्रांच तू लेके आया मैं। और तू जदों वसाया वे, ओनू लाया वे, तू ओदे लई जगह तैयार कीती, सो वो उगी नहीं सी, तू ਉਹਨੂੰ ਦੂਜੀ ਜਗ੍ਹਾ ਤੋਂ ਪੁੱਟ ਕੇ ਤੇ ਨਵੀਂ ਜਗ੍ਹਾ ਤੇ ਕੀ ਕੀਤਾ ਸੀ? ਉਹਨੂੰ ਲਾਇਆ ਸੀ। ਸੋ ਲਗਾਈ ਗਈ ਹੈ, ਉਹ ਜ਼ਮੀਨ ਤੋਂ ਆਪਣੇ ਆਪ ਨਹੀਂ ਉੱਗੀ। ਸੋ ਦੈਟ ਵਾਸ ਗॉड्स ਬਲੇਸਿੰਗ ਕਿ ਖੁਦਾ, ਅਸੀਂ ਜਿਹੜੇ ਲੋਕ ਆ ਮੇਰੇ ਜੀਜ਼ੋ, ਜਿਹੜੇ ਅਸੀਂ ਇਸ ਵੇਲੇ ਇਮੀਗ੍ਰੈਂਟ ਬਣ ਕੇ, ਔਰ ਅਸੀਂ ਜਿਹੜਾ ਅਮਰੀਕਾ ਔਰ ਯੂਰਪ ਔਰ ਬਾਕੀ ਦੁਨੀਆ ਚ ਰਹਿੰਦੇ, ਅਸੀਂ ਇੱਥੇ ਜੰਮੇ ਪਲੇ ਨਹੀਂ ਆ। ਸਾਨੂੰ ਖੁਦਾ ਨੇ ਕੀ ਕੀਤਾ ਵੇ? ਸਾਨੂੰ ਖੁਦਾ ਨੇ ਪੁੱਟਿਆ ਵੇ ਸਾਡੇ ਮੁਲਕਾਂ ਦੇ ਵਿੱਚੋਂ, ਔਰ ਸਾਨੂੰ ਲਿਆ ਕੇ ਇੱਥੇ ਉਹਨੇ ਕੀ ਕੀਤਾ ਵੇ? ਇੱਥੇ ਵਸਾਇਆ, ਲਾਇਆ ਵੇ ਉਹਨੇ ਸਾਨੂੰ ਤਾਕ ਨੂੰ। ताक उन्होंने गहरी जड़ पकड़ी और जमीन को भर दिया, पहाड़ उसके साए में छिप गए और उसकी डालियां खुदावंद के देवदार की मानंद थी। आंदा बल्कि परिंदे भी आके शाखा समुद्र तक फैल गई। लेकिन फिर की होया? आंदा फिर तू ओदियां वाड़ां तोड़ दित्तियां। ना सिर्फ वाड़ां तोड़ दित्तियां, बल्कि तुसीं वेखोगे आंदा आउण जाण वाला जिहदा दिल करदा ही, मूंह मारदा ही, हथ मारदा ही, जिहड़ा मर्जी जिहड़ा सी फल तोड़ के लै जांदा सी। लेकिन अगे वो जिक्र करदा वे जंगली सूर दा। ਇਹ ਇਸ਼ਾਰਾ ਵੇ ਮੇਰੇ ਜੀਜ਼ੋ, ਜਿਹੜੀ ਨਾਰਥਰਨ ਕਿੰਗਡਮ ਸੀ ਨਾ, 10 ਕਬੀਲਿਆਂ ਦੀ ਜਿਹੜੀ ਕਿੰਗਡਮ ਸੀ, ਇਹ ਉਹਦੀ ਤਬਾਹੀ ਦਾ ਜ਼ਿਕਰ ਹੈ। ਕਿਉਂਕਿ ਜੰਗਲੀ ਸੂਰ ਜਿਹੜਾ ਵੇ ਇਹ ਅਸੂਰੀ ਹਕੂਮਤ ਨੂੰ ਪੇਸ਼ ਕਰਦਾ ਵੇ, ਅਸੀਰੀਅਨ ਅਟੈਕ। ਸੋ ਦਿਸ ਇਜ਼ ਨਾਟ ਐਨ ਅਟੈਕ ਆਫ ਜੂਡਾ ਔਰ ਜੈਰੂਸਲਮ, ਦਿਸ ਇਜ਼ ਅ ਲੈਮੈਂਟ on the destruction and devastation of the northern kingdom. Okay, सो अगे की कहता वे, हम तेरी मिन्नत करते हैं, साढ़े ते रहम कर। फिर आंदा है कि उस पौधे नु जिन्हें तू अपने हाथ नाल लाया वे। अच्छा, एक दिलचस्प गल इत्थे वो पता की है, ओ वे इन्हें इत्थे लफ्ज यूज कीता वे इब्ने आदम, जेड़ा कि टाइटल यीशु मसीह ने अपने लिए की कीता सी, इस्तेमाल कीता सी। ओके, यीशु मसीह क्या सी? हवा के परिंदों के घोंसले होते हैं, लोमड़ियों के भट्ट होते हैं, लेकिन इब्ने आदम के पास सर छुपाने की भी जगह नहीं। ठीक है, तो यीशु मसीह एक और जगह इब्ने आदम इस्तेमाल किया है, जब तुम इब्ने आदम को आसमान पर चढ़ते और फरिश्तों को क्या करोगे? उस पर उतरते हुए देखोगे। सो दिस साम रिफर टू द मेसियानिक
किंगडम और आने वाले मसीह का वादा जिहड़ा वे वो इहदे विच पूरा होण दिया वे, क्योंकि इत्थे आने वाले मसीह नूं खुदा दा बाजू कहा गया वे, खुदा दी कुव्वत कहा गया वे, और टाइटल प्रॉपर लफ्ज यूज होया है उस इब्ने आदम पर जिसे तूने अपने लिए की कीता है, मजबूत कीता है, आंदा फिर असीं तेरे तो कदी नहीं हटांगे, फिर असीं बरगश्ता नहीं होवांगे। अल्टीमेटली एंड विच की कह रहा वे, ऐ खुदावंद लश्करों के खुदा सानू की कर, सानू बहाल कर, सानू जिंदा कर, सानू असीं तरह ना लिया करांगे, कहंदा हमको जिंदा कर दे। ठीक है, ए जिंदगी सानू मेरे जो ए टाइटल चरवाहे दा तुसी जो पढ़दे यूहन्ना दी इंजील, खुदावंद यसू ने की कहा सी, अच्छा चरवाहा मैं, मेरी भेड़ें मेरी आवाज सुनती हैं। हिजकिय्याह 34 बाब दे विच जेड़ा चरवाहे दा वादा कीता गया सी वो यीशु मसीह पैदा होया वे। पौलुस रसूल सामने जरा सिस्टर सुंबल जरा कढियो इफसियों दा ना खत और दा दूसरा बाब और चौथी और पंजवीं आयत जरा पढ़ियो। इफसियों दूसरा बाब चौथी और पंजवीं आयत। मगर खुदा ने अपने रहम की दौलत से उस बड़ी मोहब्बत के सबब से जो उसने हमसे की, जब कसूरों के सबब से मुर्दा ही थे तो हमको मसीह के साथ जिंदा किया, तुमको फजल ही से नजात मिली है। थैंक यू। तो देखिए जी कि पौलुस रसूल याद कराने रहे ने कि जब तुम गुनाहों के सबब से क्या थे, मुर्दा थे, तो मसीह यीशु ने हमें अपने आप में क्या किया है, जिंदा किया है। सो मेरे जीजो जिहड़ी ये प्रोफेसी है मेसियानिक साम दी, जिहड़ा दाऊद दे घराने दे विचों जिहड़ा खुदा ने अपना बाजू कटना ही, जिहड़ा खुदा ने अपना निजात वहानी सी, वो खुदावन यीशु मसीह पूरी हुई। चरवाहा अल्टीमेट जिहड़ा खुदा ने बख्शिया सानू, और यीशु मसीह दी सूरत साडा अच्छा चरवाहा जिहड़ा वे वो साडे नाल है। यीशु मसीह ने यूहन्ना दी इंजील 15वें बाब विच कहा सी कि मैं अंगूर का हकीकी क्या हूं, दरख्त हूं, और तुम मेरी क्या हो, डालियां हो। सो मेरे जो असीं वेखने आ कि ए ज़बूर दे विच जिहड़े तिन्ने ही इमेज ने खुदावन यीशु मसीह दे, चरवाहे दा, अंगूर दे हकीकी दरख्त दा, ताक दा, और आने वाले मसीहा इब्ने आदम दा, और मुर्दियां चो जिंदा करन दा जिहड़ा प्रॉमिस है वो खुदावन यीशु मसीह दी ज़ात विच पूरा होया वे। और असीं अज उससे निजात दी, उससे जिंदगी दे असीं गवाही जिहड़े आ तुहाडे सामने दे रहे हां। तो खुदावन सानू सारिआं नू खुदावन यीशु मसीह दी ज़ात दे विच जिंदा रहन दा और कायम रहन दा फजल दे। आमीन। आमीन। इनवाइट कर दिया अंकल जोशुआ नु कि वो अपने सवाल, अपने कमेंटरी सारे साथ शेयर करन। इस समझ दे विच ਜਦੋਂ मैं ਅੱਜ ਸਟੱਡੀ ਕੀਤੀ ਤੇ ਇਹਦੇ ਵਿੱਚ ਮੈਂ ਜ਼ਿਆਦਾ ਦੇਖਿਆ ਕਿ ਖੁਦਾ ਜਿਹੜੀ ਆ ਉਹ ਸਾਡੀ ਇੱਕ ਹੋਪ ਹੈ, ਸਾਲਵੇਸ਼ਨ, ਮੁਕਤੀ ਦੇਣ ਵਾਲਾ। ਤੇ prayer for revival and restoration are experiencing destruction. Restoration must repentance, turning away from sin. Repentance involves humbling ourselves and turning to God to receive his forgiveness. As we turn to God, he helps us see ourselves, including our sin. As we see our sin, we must repeat the process of repentance. That's it. Thank you, Uncle Ji. ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਨੂੰ ਕਿ ਆਪਣੇ ਸਵਾਲ, ਕਮੈਂਟਰੀ ਸਾਡੇ ਨਾਲ ਸ਼ੇਅਰ ਕਰਨ। ਜ਼ਬੂਰ 80 ਜਿਹੜਾ ਹੈ ਇਹਦਾ ਜਿਹੜਾ ਮੇਨ ਟਾਈਟਲ ਹੈ ਕੌਮ ਦੀ ਮੁੜ ਬਹਾਲੀ ਲਈ ਪ੍ਰਾਰਥਨਾ। ਇਸ ਵਿੱਚ ਮੈਂ ਦੇਖਿਆ ਕਿ 4 ਵਾਰ ਪ੍ਰਭੂ ਦੇ ਅੱਗੇ ਉਸਨੇ ਇੱਕ ਹੀ ਪ੍ਰਾਰਥਨਾ ਕੀਤੀ ਹੈ ਕਿ ਹੇ ਸੈਨਾਵਾਂ ਦੇ ਪਰਮੇਸ਼ਰ, ਤੂੰ ਆਪਣਾ ਚਾਨਣ ਸਾਡੇ ਤੇ ਚਮਕਾ ਅਤੇ ਸਾਡਾ ਬਚਾਅ ਕਰ। ਇਹਦੀ 3 ਆਇਤ ਚ ਵੀ ਇਹ ਸੇਮ ਹੈ ਔਰ 7 ਆਇਤ ਵਿੱਚ ਔਰ ਇਹਦੀ 19 ਆਇਤ ਵਿੱਚ ਉਸਨੇ ਪ੍ਰਭੂ ਦੇ ਅੱਗੇ ਬਾਰ-ਬਾਰ ਬੇਨਤੀ ਕੀਤੀ ਹੈ ਕਿ ਸਾਡੇ ਤੇ ਤੂੰ ਆਪਣੀ ਦਇਆ ਕਰ, ਆਪਣੇ ਗੁੱਸੇ ਨੂੰ ਛੱਡ ਕੇ ਪ੍ਰਭੂ ਜੀ ਸਾਨੂੰ ਮੁੜ ਕੇ ਬਹਾਲ ਕਰ। ਉਸਨੇ ਪ੍ਰਭੂ ਦੇ ਅੱਗੇ ਇੱਕ ਖਾਸ ਪ੍ਰਾਰਥਨਾ ਰੱਖੀ ਹੈ। ਇਸ ਦੇ ਵਿੱਚ ਜੇ ਇਸ ਇੱਕ ਜ਼ਬੂਰ ਦੇ ਵਿੱਚ 3-4 ਵਾਰੀ ਇੱਕ ਹੀ ਜ਼ਿਕਰ ਆਇਆ ਹੈ ਕਿ ਪ੍ਰਭੂ ਤੂੰ ਸਾਨੂੰ ਮੁੜ ਕੇ ਬਹਾਲ ਕਰ ਔਰ ਸਾਡੇ ਤੇ ਆਪਣਾ ਨੂਰ ਚਮਕਾ। ਉਸਨੇ ਕਿਹਾ ਕਿ ਆਪਣੀ ਆਤਮਾ ਦੇ ਕਿ ਸਾਡੇ ਅਸੀਂ ਕਿਸ ਤਰ੍ਹਾਂ ਪ੍ਰਭੂ ਦੇ ਨਾਲ ਅੱਗੇ ਤੁਹਾਡੇ ਵਿੱਚ ਵੱਧ ਸਕਦੇ ਹਾਂ। ਔਰ ਮੈਂ ਇਹਦੇ ਬਾਰੇ ਮੈਨੂੰ ਇੰਨਾ ਨਹੀਂ ਕੁਛ ਵੀ ਪਤਾ, ਲੇਕਿਨ ਫਿਰ ਵੀ ਮੈਂ ਇਸ ਵਿੱਚ ਮੈਂ ਇਹੀ ਸਿੱਖਿਆ ਕਿ ਖੁਦਾ ਦੇ ਅੱਗੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਬਾਰ-ਬਾਰ ਤਾਂ ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਉਸਨੇ ਇਸ ਦੇ ਵਿੱਚ ਬਾਰ-ਬਾਰ ਪ੍ਰਾਰਥਨਾ ਕੀਤੀ ਹੈ ਪ੍ਰਭੂ ਨੂੰ ਆਪਣੇ ਲੋਕਾਂ ਨੂੰ ਮੁੜ ਬਹਾਲ ਕਰਨ ਦੀ। ਮੈਂ ਇਹੀ ਅੱਜ ਦਾ ਮੈਂ ਕਹਿਣਾ। ਥੈਂਕ ਯੂ। ਥੈਂਕ ਯੂ ਆਂਟੀ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਸਿੰਬਲ ਨੂੰ ਕਿ ਆਪਣੇ ਸਵਾਲ, ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ।
ਜਿਹੜਾ ਜ਼ਬੂਰ ਅਸੀਂ ਜ਼ਬੂਰ ਤੇ ਪਾਜੀ ਸਾਹਿਬ ਕੋਲੋਂ ਸੁਣਿਆ, ਤੇ ਅਸੀਂ ਜ਼ਬੂਰ ਮੈਨੂੰ ਬਿਲਕੁਲ ਜਿਸ ਤਰ੍ਹਾਂ ਪਾਜੀ ਸਾਹਿਬ ਨੇ ਕਿਹਾ ਜ਼ਬੂਰ 79 ਵੰਗਰਾ ਹੀ ਲੱਗਦਾ ਕਿ ਕੌਮ ਦੀ ਬਹਾਲੀ ਔਰ ਰੈਸਟੋਰੇਸ਼ਨ ਔਰ ਅਪੀਲ ਕੀਤੀ ਗਈ ਹੈ ਖੁਦਾ ਦੇ ਸਾਹਮਣੇ ਕਿ ਸਾਨੂੰ ਰਿਸਟੋਰ ਕਰ ਖੁਦਾਵੰਦ। ਤੇ ਉਹਦੇ ਵਿੱਚ ਜਿਸ ਤਰ੍ਹਾਂ ਸਿਸਟਰ ਜੋਤੀ ਨੇ ਤਿੰਨਾਂ ਆਇਤਾਂ ਦਾ ਦੱਸਿਆ ਕਿ ਇੱਕ ਚੀਜ਼ ਜਦੋਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਬਾਰ-ਬਾਰ ਉਸ ਚੀਜ਼ ਨੂੰ ਖੁਦਾਵੰਦ ਦੇ ਸਾਹਮਣੇ ਲੈ ਕੇ ਆਨੇ ਆ, ਤੇ ਜਦੋਂ ਅਸੀਂ ਹਨੇਰੇ 'ਚ ਹੁੰਨੇ ਆ ਤੇ ਅਸੀਂ ਚਾਹੁੰਦੇ ਆ ਕਿ ਖੁਦਾਵੰਦ ਸਾਨੂੰ ਰੋਸ਼ਨੀ 'ਚ ਲੈ ਕੇ ਆਏ। ਤੇ ਇਸੇ ਤਰ੍ਹਾਂ ਜਦੋਂ ਆਸਫ ਨੇ ਵੀ ਇਹ ਬਾਰ-ਬਾਰ ਕਿਹਾ ਹੈ ਕਿ ਖੁਦਾਵੰਦ ਤੂੰ ਸਾਡੇ ਉੱਤੇ ਆਪਣਾ ਚਿਹਰਾ ਰੋਸ਼ਨ ਕਰ, ਆਪਣਾ ਚਿਹਰਾ ਚਮਕਾ ਸਾਡੇ ਉੱਤੇ, ਤਾਂ ਕਿ ਅਸੀਂ ਹਨੇਰੇ ਵਿੱਚੋਂ ਨਿਕਲੀਏ। ਤੇ ਤੀਸਰੀ ਆਇਤ 'ਚ, 7ਵੀਂ ਆਇਤ 'ਚ ਤੇ 19ਵੀਂ ਆਇਤ 'ਚ ਮਤਲਬ ਇੱਕ ਜ਼ਬੂਰ 'ਚ 3 ਵਾਰੀ ਇਸ ਚੀਜ਼ ਨੂੰ ਰਿਪੀਟ ਕੀਤਾ ਗਿਆ ਹੈ ਕਿ ਖੁਦਾਵੰਦ ਤੂੰ ਆਪਣਾ ਚਿਹਰੇ ਦਾ ਨੂਰ ਸਾਡੇ ਤੇ ਚਮਕਾਏਗਾ ਤੇ ਅਸੀਂ ਹਨੇਰੇ 'ਚੋਂ ਨਿਕਲ ਆਵਾਂਗੇ, ਅਸੀਂ ਬਚ ਜਾਵਾਂਗੇ ਤੇ ਅਸੀਂ ਬਹਾਲ ਹੋ ਜਾਵਾਂਗੇ। ਤੇ ਇਹ ਮੇਰਾ ਰਿਫਲੈਕਸ਼ਨ। ਹਾਂਜੀ, ਥੈਂਕ ਯੂ ਵੈਰੀ ਮਚ। ਮੈਂ ਇਹਦੇ 'ਚ ਐਡ ਕਰਨਾ ਚਾਹਾਂਗਾ ਕਿ ਜਿਹੜੀ ਦੁਆ ਉਹਨੇ ਕੀਤੀ ਹੈ ਨਾ ਆਸਫ ਨੇ 3 ਵਾਰੀ ਰਿਪੀਟ ਕੀਤੀ ਜਿਹੜੀ, ਠੀਕ ਹੈ, ਇਹ ਦੁਆ ਅਸਲ ਵਿੱਚ ਹਾਰੂਨ ਦੀ ਕਹਾਣਤ ਦੀ ਬਰਕਤ ਸੀ ਜਿਹੜੀ ਖੁਦਾ ਨੇ ਕਿਹਾ ਸੀ ਕਿ ਤੂੰ ਬਨੀ ਇਸਰਾਇਲ ਨੂੰ ਦਮੀ ਕਰੀਂ। ਅਗਰ ਤੁਸੀਂ ਇਹ ਬਰਕਤ ਨੂੰ ਪੜ੍ਹਨਾ ਚਾਹੋ ਤੇ ਇੱਕ ਆਖਰੀ ਵਾਲਾ ਅਸੀਂ ਪੜ੍ਹ ਲਾਂਗੇ ਜਾਂਦੇ ਆ। ਗਿਣਤੀ ਦੀ ਕਿਤਾਬ ਹੈ, ਉਹਦਾ 6ਵਾਂ ਬਾਬ ਹੈ ਔਰ ਉਹਦੀ 22 ਆਇਤ ਤੋਂ 27 ਆਇਤ ਤੱਕ ਜਿਹੜਾ ਵੀ ਕੋਈ ਕੱਢ ਦਵੇ ਉਹ ਪੜ੍ਹੇ। ਇਹਨੂੰ ਮੈਂ ਕਹਾਂਗਾ ਕਿ ਇਟਸ ਅ ਸਮਾਈਲੀ ਫੇਸ ਥਿਓਲੋਜੀ। ਸਮਾਈਲੀ ਫੇਸ ਹੁੰਦਾ ਨਾ, ਇਮੇਜ ਸਮਾਈਲੀ ਫੇਸ ਐਂਡ ਜੀ ਕਰਕੇ ਹੁੰਦਾ, ਠੀਕ ਹੈ। तो उस स्माइली फेस है कि मतलब खुदा ने क्या जा खुदा ਸਾਡੇ ਵੱਲ ਵੇਖ ਤੇ ਥੋੜੀ ਜਿਹੀ ਸਾਨੂੰ ਸਮਾਈਲ ਦੇ, ਆਪਣਾ ਚਿਹਰਾ ਚਮਕਾ ਸਾਡੇ ਤੇ ਨਾ, ਮਤਲਬ ਖੁਦਾ ਨੂੰ ਕਿਹਾ ਜਾਂਦਾ ਸਮਾਈਲੀ ਫੇਸ ਕਰ ਸਾਡੇ ਵੱਲ ਜ਼ਰਾ, ਠੀਕ ਹੈ। ਸੋ ਤੁਸੀਂ ਵੇਖੋਗੇ ਕਿ ਤੁਸੀਂ ਕੀ ਦੁਆ ਕੀ ਕੀਤੀ ਗਈ ਹੈ। ਹਾਂਜੀ, और खुदावंद ने मूसा से कहा, जी जी ਤੁਸੀਂ ਪੜੋ। ਪੜੋ ਤੁਸੀਂ, ਨਹੀਂ ਬ੍ਰਦਰ ਤੁਸੀਂ ਪੜੋ ਪਲੀਜ਼। ਨਹੀਂ ਕੋਈ ਗੱਲ ਨਹੀਂ ਹੈ, ਪੜੋ ਤੁਸੀਂ ਪੜ ਦੋ, ਦੁਆ ਨੂੰ ਦੂਜਿਆਂ ਨੂੰ ਕਰਨ ਦੋ। और खुदावंद ने मूसा से कहा, ਇਹ ਆਇਤ ਜਿਹੜੀਆਂ ਆਇਤਾਂ ਨੇ ਨਾ, ਇਹ ਆਇਤਾਂ ਮੈਂ ਮੈਡੀਟੇਸ਼ਨ ਕੀਤੀ ਦੀ ਹੈ ਇਹਨਾਂ ਦੇ ਉੱਤੇ। ਤੇ ਮੈਂ ਜਦੋਂ ਵੀ ਮੈਂ ਛੋਟੀ ਕੋਈ ਦੁਆ ਕਰਨੀ ਹੁੰਦੀ ਨਾ ਤੇ ਮੈਂ ਇਹੋ ਹੀ ਇਹਨੂੰ ਪੜ੍ਹ ਲੈਣਾ, ਫਿਰ ਉਹ ਛੇਤੀ ਮੁੱਕ ਜਾਂਦਾ ਮੇਰੇ ਕੋਲ, ਟਾਈਮ ਇੰਨਾ ਮਤਲਬ ਕਿ ਵੀ ਉਸ ਹਿਸਾਬ ਨਾਲ ਖਤਮ ਹੋ ਜਾਂਦਾ। ਹਾਂ, ਵੰਡਰਫੁਲ, ਠੀਕ ਹੈ। ਅੱਛਾ, ਇੱਕ ਕੰਮ ਕਰਨਾ ਹੈ ਨਾ, ਪੰਜਾਬੀ ਇਹਨੂੰ ਪੰਜਾਬੀ ਚ ਵੀ ਸੁਣਨੇ ਆ, ਠੀਕ ਹੈ, ਕੀ ਖਿਆਲ ਹੈ ਸਿਸਟਰ ਸੰਭਲ ਜੀ? ਹਾਂਜੀ ਅੰਕਲ ਜੋਸ਼ੂਆ ਜ਼ਰਾ ਪੜ੍ਹਿਓ ਪੰਜਾਬੀ ਚ, ਫਿਰ ਵੇਖਾਂਗੇ ਕਿ ਉਰਦੂ ਚ ਕਿਹੜੇ ਲਫ਼ਜ਼ ਇਸਤੇਮਾਲ ਹੋਏ ਨੇ। ਅੱਛਾ, ਗਿਣਤੀ ਦੀ ਕਿਤਾਬ ਉਹਦਾ 6ਵਾਂ ਬਾਬ ਤੇ 22 ਤੋਂ 27 ਆਇਤ ਤੱਕ। ਫਿਰ ਯਹੋਵਾ ਮੂਸਾ ਨੂੰ ਬੋਲਿਆ, ਹਾरून ਔਰ ਉਸ ਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਆਉਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ, ਯਹੋਵਾ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ। ਯਹੋਵਾ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਇਆ ਕਰੇ। ਯਹੋਵਾ ਆਪਣਾ ਮੁਖੜਾ ਤੇਰੀ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ। ਇਉਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤ ਦਿਆਂਗਾ। ਓਕੇ, ਵੰਡਰਫੁਲ, ਠੀਕ ਹੈ ਜੀ। सिस्टर संभल जरा तुम पढ़ो। और खुदावंद ने मूसा से कहा कि हारून और उसके बेटों से कह कि तुम बनी इस्राएल को इस तरह दुआ दिया करना, तुम उनसे कहना, खुदावंद तुझे बरकत दे और तुझे महफूज रखे। खुदावंद अपना चेहरा तुझ पर जलवागर फरमाए और तुझ पर मेहरबान रहे। खुदावंद अपना चेहरा तेरी तरफ मुतवज्जा करे और तुझे सलामती बख्शे। ओके जी, थैंक यू। तो तुम वेख्या वे कि इत्थे भी 2 बार रिपीट होया वे, खुदावंद अपना चेहरा तुझ पर क्या करे, जलवागर करे, और तेरे ते की रहे अंकल जी, पहले की है महफूज रहे, तेरा अकेले पहला की है यहोवा तेनु बरकत देवे अते तेरी राखी करे। ओके, बरकत ते राखी। सेकंड लाइन यहोवा अपने मुखड़े नु तेरे उत्ते चमकावे अते तेरे उत्ते दया करे। ओके जी।
सो राखी करे, दया करे, और तीसरी की है जी, यहोवा अपना मुखड़ा तेरी वाल फेरे अते तेनू शांति देवे। शांति देवे, ठीक है जी। 3 काम ने, तेनू महफूज रखे, तेरे ते मेहरबान रवे, और तेरी राखी करे, और तेनू शांति देवे, ठीक है। और शांति किवें आएगी? जिदों यहोवा अपना स्माइली फेस साडे की करेगा, जो साडे टोरेगा जी, ठीक है, साडे जो करेगा। सो दैट्स द प्रेयर। सो आसफ नवी दुआ नहीं करन दे, आसफ की कह रहे हैं? तो खुदावन तू आप ही क्या सी कि हारून काहन जी बरकत है बनी इसराइल च ठहरेगी जो बियाबान दे विच सन, ते हुण साडे ते लोकां सानू तबाह बर्बाद करता वे, ते हुण भी ते चमका, सानू जिंदा कर, अपना चेहरा चमका, ताकि असीं बहाल हो जाइए, ठीक है जी। असीं रिवाइव हो जाइए, असीं रिन्यू हो जाइए, असीं जिंदा हो जाइए, ठीक है जी। सो दैट्स द प्रॉमिस। और जिंदा सिर्फ कौन कर सकता है? जेड़ा आप ही जिंदा होवे, और जिंदा कर सकता है। और यीशु मसीह जात है जेड़ा हमेशा दी जिंदगी सानू देंदा वे, और अपना रूह साडे अंदर रखिया वे, ताकि असीं जिंदगी नू पांदे रहीए। खुदा सानू सारे नाल बरकत देवे। आमीन। Amen. Thank you, Pastor Jay. It's reflection late. हाँ जी पास्टर जी, मैं एक मेरे दिमाग ते मैं एक ਤੁਹਾਨੂੰ क्वेश्चन मैं पूछना ਮੰਗਦਾ ਇਹਦੇ ਬਾਰੇ। हाँ जी। ਇਹ ਡਵਾਰਟੇ ਦੇ ਵਿੱਚ ਇੱਕ ਵਾਰੀ ਮੈਂ ਗਿਆ ਸੀ ਉੱਥੇ ਮੀਟਿੰਗ ਦੇ ਵਿੱਚ, ਤੇ ਉੱਥੇ ਇਹ ਜੂਇਸ਼ ਸੀ ਆਦਮੀ ਜਿਹਨੇ ਮੈਨੂੰ ਇਹ ਆਖਿਆ ਸੀ ਵੀ ਇਹ ਬੜੀਆਂ ਅੱਛੀਆਂ ਆਇਤਾਂ ਨੇ ਤੇ ਇਹਨੂੰ ਤੁਸੀਂ ਮੈਡੀਟੇਸ਼ਨ ਕਰੋ। ਤੇ ਉਹਨੂੰ ਫਿਰ ਮੈਂ ਪੁੱਛਿਆ ਵੀ ਇਹਦਾ ਮਤਲਬ ਕਿ ਵੀ ਇਹ ਜਦੋਂ ਉਸ ਟਾਈਮ ਦੇ ਉੱਤੇ ਮੂਸਾ ਨੇ ਇਹ ਕਿਉਂ ਆਖਿਆ? ਉਹ ਕਹਿੰਦਾ ਵੀ ਇਹ ਉਸ ਟਾਈਮ ਦੇ ਉੱਤੇ ਇਹ ਜਿਹੜੇ ਜੂਇਸ਼ ਸੀ ਉਹ ਦੁਆ ਮੰਗਣ ਤੋਂ ਪਹਿਲਾਂ ਇਹ ਪੜ੍ਹਦੇ ਸੀ। ਕੀ ਇਹ ਗੱਲ ਠੀਕ ਹੈ? हाँ जी। एक्चुअली जूश ਜਿਹੜੇ ਹਨ ਨਾ, ਵੇਖੋ ਹਰ ਦੌਰ ਦੇ ਜੂਸ਼ ਦੀ ਆਪਣੀ ਪ੍ਰੈਕਟਿਸਸ ਰਹੀਆਂ ਨੇ, ਲੇਕਿਨ ਇਹ ਜਿਹੜੀ ਬਰਕਤ ਸੀ ਇਹ ਸਿਰਫ ਕਾਹਨ ਦਿੰਦਾ ਹੁੰਦਾ ਸੀ, ਠੀਕ ਹੈ। ਔਰ ਜਨਰਲੀ ਇਹ ਜਿਹੜੀ ਬਰਕਤ ਹੁੰਦੀ ਸੀ ਇਹ ਦਿੱਤੀ ਜਾਂਦੀ ਸੀ ਜਦੋਂ ਪੂਰੀ ਦਾ ਪੂਰੀ ਕੌਮ ਇਕੱਠੀ ਹੁੰਦੀ ਸੀ ਨਾ, ਜਦੋਂ ਸਾਲਾਨਾ ਈਦਾਂ ਮਨਾਉਣ ਲਈ, ਠੀਕ ਹੈ। ਤੇ ਉਹ ਈਦਾਂ ਮਨਾਉਣ ਤੋਂ ਬਾਅਦ ਜਦੋਂ ਘਰੋਂ ਘਰੀ ਕਰਦੇ ਹਨ ਨਾ ਲੋਕਾਂ ਨੂੰ ਵਾਪਸ, ਠੀਕ ਹੈ ਨਾ, ਤੇ ਕਾਹਨ ਜਿਹੜੇ ਹੁੰਦੇ ਹਨ ਉਹ ਸਾਰੇ ਲਾਈਨ ਸਿਰ ਖਲੋਂਦੇ ਹਨ, ਔਰ ਸਪੈਸ਼ਲ ਕਿੰਗ ਡੇਵਿਡ ਸਟਾਰ ਬਣਾਉਂਦੇ ਹਨ। ਮੇਰੇ ਕੋਲ ਤਾਂ ਇਹ ਨਹੀਂ ਹੋਣੀਆਂ ਉਂਗਲਾਂ, ਲੇਕਿਨ ਇਹ 2 ਉਂਗਲਾਂ ਇਸ ਪਾਸੇ, ਠੀਕ ਹੈ, ਔਰ ਇਹ 2 ਉਂਗਲਾਂ ਇਸ ਪਾਸੇ, ਇੰਜ ਕਰਕੇ, ਔਰ ਅੰਗੂਠੇ ਜੋੜੇ ਜਾਂਦੇ ਹਨ। ਤਾਂ ਮੇਰੇ ਕੋਲ ਨਹੀਂ ਹੋਣੀਆਂ, I will try। 2 ਪਰਾਂ ਜਾਂਦੀਆਂ, ਠੀਕ ਹੈ, 2 ਇਕੱਠੀਆਂ ਹੋ ਜਾਂਦੀਆਂ, ਤੇ ਇੰਜ ਹੁੰਦਾ ਸੀ, ਇੰਜ ਇਹ 2 ਉਂਗਲਾਂ ਇੰਜ ਹੋ ਜਾਂਦੀਆਂ। ਇਹ ਜਿਹੜੀਆਂ ਦੋਵੇਂ 2 ਉਂਗਲਾਂ ਨਾ ਜੁੜਨ ਜਿੱਦਾਂ ਟਰੰਪ ਦੀਆਂ ਸੀ, ਇੰਜ ਜਿਸ ਤਰ੍ਹਾਂ ਉਹ ਟਰੰਪ ਦੀਆਂ ਵੀ ਕਹਿੰਦੇ ਸੀ ਨਾ, ਇਦਾਂ ਹੈਗੀਆਂ ਸੀ ਉਸਦੀਆਂ ਉਂਗਲਾਂ। ਅੱਛਾ, ਉਹਦਾ ਤਾਂ ਮੈਨੂੰ ਨਹੀਂ ਪਤਾ। ਮੈਂ ਤੁਹਾਨੂੰ ਦੱਸਣ ਡਿਆ ਵਾਂ ਕਿ ਕਾਹਨ ਇੰਜ ਦਾ ਨਿਸ਼ਾਨ ਬਣਾਉਂਦੇ ਹਨ, ਔਰ ਉਹ ਇਟ ਵਾਸ ਅ ਕਾਈਂਡ ਆਫ ਬਲੈਸਿੰਗ ਦਾ ਸਟਾਮ ਵੇ ਕਿ ਉਹਨਾਂ ਨੇ ਇੰਜ ਕਲਾਮ ਕਹਿੰਦਾ ਵੇ ਕਿ ਇੰਜੋ ਬਰਕਤ ਖੁਦਾ ਦੇ ਨਾਂ ਨੂੰ, ਅਸਲ ਵਿੱਚ ਇਟ ਵਾਸ ਐਕਚੁਅਲੀ ਦ ਪਾਵਰ ਇਨ ਦ ਨੇਮ, ਠੀਕ ਹੈ ਨਾ, ਕਿ ਇੰਜੋ ਕਹਿੰਦੇ ਹਨ ਕਿ ਖੁਦਾ ਦੇ ਨਾਂ ਨੂੰ ਉਹ ਕੌਮ ਦੇ ਉੱਤੇ ਰੱਖ ਕੇ ਤਾਂ ਉਹਨਾਂ ਨੂੰ ਬਰਕਤ ਦੇ ਕੇ ਕਰਦੇ ਹਨ। ਸੋ ਇਹ ਬਰਕਤ ਸਿਰਫ ਜਿਹੜਾ ਵੇ ਇਹ ਕਾਹਨ ਦਿੰਦਾ ਹੁੰਦਾ ਸੀ, ਆਮ ਬੰਦਾ ਨਹੀਂ ਬਰਕਤ ਦੇ ਸਕਦਾ। that was only jurisdiction ਜਿਹੜੀ ਸੀ ਉਹ ਕਾਹਨਾਂ ਦੇ ਹੱਥ 'ਚ ਸੀ ਕਿ ਉਹ ਇਹ ਬਰਕਤ ਦੇਣਗੇ ਖੁਦਾ। ਇਸ ਲਈ ਖੁਦਾ ਨੇ ਵਾਜ਼ਿਹ ਕਿਹਾ ਸੀ ਕਿ ਹਾਰੂਨ ਔਰ ਉਹਦੇ ਬੇਟਿਆਂ ਨੂੰ ਇਹ ਕਹਿ ਕਿ ਉਹ ਬਨੀ ਇਸਰਾਇਲ ਨੂੰ ਇੰਜ ਬਰਕਤ ਦੇਣ ਕਰਨਗੇ, ਇਹ ਲਫ਼ਜ਼ਾਂ ਦੇ ਨਾਲ। ਨਹੀਂ ਕਿ ਵੀ ਹਾਂ ਵੀ ਦੁਆ ਕਰਨ ਤੋਂ ਪਹਿਲਾਂ ਨਹੀਂ ਵੀ ਇਹ ਪੜ੍ਹ, ਨਹੀਂ ਇੰਜ ਦਾ ਨਹੀਂ। that was priestly privilege। Thank you, Pastor G. Thank you। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਇਸ ਪ੍ਰੋਗਰਾਮ ਵਿੱਚ ਅੱਜ ਦੇ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਕੱਲ ਨੂੰ ਅਸੀਂ ਇਸੇ ਟਾਈਮ ਫਿਰ ਤੁਹਾਡੇ ਨਾਲ ਮਿਲ ਕੇ ਆਪਦੇ ਜ਼ਬੂਰਾਂ ਦੀ ਸਟੱਡੀ ਕਰਾਂਗੇ। Thank you। Thank you ਜੀ, bye bye।